ਸਤਿ ਸ਼੍ਰੀ ਅਕਾਲ ਫਰੈਂਡਸ। ਆਪਾਂ ਲੈਕਚਰ ਕਰ ਰਹੇ ਸੀਗੇ, ਗੁਰੂ ਪੀਰੀਅਡ ਕਰ ਰਹੇ ਸੀਗੇ, ਥਰਡ ਲੈਕਚਰ। ਆਪਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਵਾਲਾ ਟੌਪਿਕ ਕੰਪਲੀਟ ਕੀਤਾ ਸੀਗਾ ਅਤੇ ਹੁਣ ਅਸੀਂ ਉਸ ਤੋਂ ਕੰਟੀਨਿਊ ਅੱਗੇ ਗੁਰੂ ਹਰਗੋਬਿੰਦ ਜੀ ਕਰਾਂਗੇ। ਗੁਰੂ ਹਰਗੋਬਿੰਦ ਜੀ ਗੁਰੂ ਹਰਗੋਬਿੰਦ ਜੀ ਦਾ ਜਿਹੜਾ ਗੁਰੂ ਗੱਦੀ ਪੀਰੀਅਡ ਆ ਉਹ 1606 ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੁੰਦੀ ਆ, ਉਸ ਤੋਂ ਕੰਟੀਨਿਊ 1645 ਤੱਕ ਚੱਲਦਾ ਅਤੇ ਗੁਰੂ ਹਰਗੋਬਿੰਦ ਜੀ ਉਹਨਾਂ ਦਾ ਅਗਰ ਆਪਾਂ ਲਾਈਫ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਨਮ ਜਿਹੜਾ ਸੀਗਾ ਉਹ 14 ਜੂਨ 1595 ਜੂਨ 1595 ਨੂੰ ਹੋਇਆ ਸੀਗਾ, ਪਿੰਡ ਵਡਾਲੀ, ਵਿਲੇਜ ਵਡਾਲੀ, ਅੰਮ੍ਰਿਤਸਰ ਦੇ ਵਿੱਚ। ਸਿਰਫ 11 ਸਾਲ ਦੀ ਉਮਰ ਸੀ ਜਦੋਂ ਉਹ ਗੁਰੂ ਗੱਦੀ 'ਤੇ ਬੈਠ ਗਏ। 95 'ਚ ਉਹਨਾਂ ਦਾ ਬਰਥ ਹੋਇਆ ਸੀਗਾ, 1606 ਦੇ ਵਿੱਚ ਉਹ ਗੁਰੂ ਗੱਦੀ 'ਤੇ ਸਕਸੀਡ ਕਰ ਗਏ ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਬਾਅਦ। ਤਾਂ 11 ਸਾਲ ਦੀ ਉਮਰ ਸੀਗੀ। ਉਹਨਾਂ ਦੇ ਪਿਤਾ ਜੀ ਦਾ ਨਾਮ ਸੀਗਾ ਗੁਰੂ ਅਰਜਨ ਦੇਵ ਜੀ, ਮਾਤਾ ਜੀ ਦਾ ਨਾਮ ਸੀ ਮਾਤਾ ਗੰਗਾ ਜੀ। ਟੀਚਰ ਬਾਬਾ ਬੁੱਢਾ, ਟੀਚਰ ਨਹੀਂ ਕਹਿ ਸਕਦੇ, ਮਤਲਬ ਬਾਬਾ ਬੁੱਢਾ ਜੀ ਨੇ ਉਹਨਾਂ ਨੂੰ ਸਭ ਕੁਝ ਸਿਖਾਇਆ ਸੀਗਾ। ਅਤੇ ਮਤਲਬ ਬਾਬਾ ਬੁੱਢਾ ਜੀ ਬੜੀ, ਉਹਨਾਂ ਦੀ ਵੀ ਬੜੀ ਲੰਬੀ ਉਮਰ ਸੀ। ਬਾਬਾ ਬੁੱਢਾ ਜੀ ਵੀ ਹੀ ਵਾਜ਼ ਮਤਲਬ ਅਰਾਊਂਡ 100 ਜਿਵੇਂ ਸੀਗੇ ਉਹ, ਅਤੇ ਉਹਨਾਂ ਦਾ ਸ਼ੁਰੂ ਤੋਂ ਲੈ ਕੇ ਬੜੇ ਹੋਣ ਤੱਕ ਬਾਬਾ ਬੁੱਢਾ ਜੀ ਕੋਲ ਉਹਨਾਂ ਨੇ ਸਭ ਕੁਝ ਸਿੱਖਿਆ ਸੀ। ਅਗਰ ਉਹਨਾਂ ਦੀ ਵਾਈਫ ਦੀ ਗੱਲ ਕਰੀਏ ਤਾਂ ਉਹਨਾਂ ਦੇ ਐਜ਼ ਪਰ ਰਿਕਾਰਡ 3 ਵਾਈਫਸ ਜਿਹੜੀਆਂ ਉਹਨਾਂ ਦੀਆਂ ਸੀਗੀਆਂ। ਪਹਿਲੇ ਵਾਈਫ ਜਿਹੜੇ ਸੀਗੇ ਉਹਨਾਂ ਦਾ ਨਾਮ ਸੀ ਮਾਤਾ ਦਮੋਦਰੀ ਜੀ। ਉਹਨਾਂ ਦੇ ਪਹਿਲੇ ਵਾਈਫ ਦਾ ਨਾਮ ਸੀਗਾ ਮਾਤਾ ਦਮੋਦਰੀ ਜੀ। ਮਾਤਾ ਦਮੋਦਰੀ ਜੀ ਨੇ ਉਹਨਾਂ ਦੇ 2 ਬੇਟੇ ਸੀ ਮਾਤਾ ਦਮੋਦਰੀ ਜੀ ਦੇ, ਇੱਕ ਬਾਬਾ ਗੁਰਦਿੱਤਾ ਔਰ ਇੱਕ ਬਾਬਾ ਅਨੀ ਰਾਏ। ਬਾਬਾ ਗੁਰਦਿੱਤਾ, ਬਾਬਾ ਅਨੀ ਰਾਏ, 2 ਬੇਟੇ ਸੀ ਮਾਤਾ ਦਮੋਦਰੀ ਜੀ ਦੇ, ਠੀਕ ਹੈ। ਦੂਸਰੀ ਉਹਨਾਂ ਦੀ ਵਾਈਫ ਸੀ ਬੀਬੀ ਨਾਨਕੀ ਜੀ, ਠੀਕ ਹੈ, ਬੀਬੀ ਨਾਨਕੀ ਜੀ। ਇਹਨਾਂ ਦੇ 2 ਬੇਟੇ ਸੀਗੇ, ਇੱਕ ਦਾ ਨਾਮ ਸੀਗਾ, ਇਹਨਾਂ ਦੇ ਇੱਕ ਹੀ ਬੇਟਾ ਸੀਗਾ ਤਿਆਗਮਲ, ਠੀਕ ਹੈ, ਤਿਆਗਮਲ ਸੀਗਾ। ਤਿਆਗਮਲ ਬਾਅਦ ਦੇ ਵਿੱਚ ਇਹ ਗੁਰੂ ਤੇਗ ਬਹਾਦਰ ਜੀ ਬਣ ਗਏ। ਇਹਨਾਂ ਨੇ ਬੈਟਲ ਆਫ ਕਰਤਾਰਪੁਰ 'ਚ ਪਾਰਟੀਸਪੇਟ ਕੀਤਾ ਸੀ। ਉੱਥੇ ਇਹਨਾਂ ਦੀ ਪਰਫੋਰਮੈਂਸ ਦੇਖ ਕੇ ਗੁਰੂ ਹਰਗੋਬਿੰਦ ਜੀ ਨੇ ਇਹਨਾਂ ਨੂੰ ਤਿਆਗ ਤੋਂ ਤੇਗ ਬਹਾਦਰ ਦਾ ਨਾਮ ਰੱਖਤਾ, ਠੀਕ ਹੈ। ਤੇਗ ਬਹਾਦਰ ਜੀ ਇਹਨਾਂ ਦੇ ਬੇਟੇ ਸੀਗੇ। ਉਹਨਾਂ ਦੀ ਮਾਤਾ ਦਾ ਨਾਮ ਸੀ ਮਾਤਾ ਬੀਬੀ ਨਾਨਕੀ ਜੀ, ਜਿਹੜੇ ਕਿ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਸੈਕੰਡ ਵਾਈਫ ਸੀਗੇ। ਥਰਡ ਵਾਈਫ, ਤੀਸਰੇ ਸੀਗੇ ਬੀਬੀ ਮਹਾਦੇਵੀ ਜਾਂ ਫਿਰ ਬੀਬੀ ਮਰਵਾਹੀ ਦੇਵੀ। ਮਹਾਦੇਵੀ ਜਾਂ ਫਿਰ ਮਰਵਾਹੀ ਦੇਵੀ ਨਾ, ਮਹਾਦੇਵੀ ਜਾਂ ਮਰਵਾਹੀ ਦੇਵੀ, ਇਹ ਉਹਨਾਂ ਦੇ ਤੀਸਰੇ ਵਾਈਫ ਸੀਗੇ। ਉਹਨਾਂ ਦੇ 2 ਬੇਟੇ ਸੀ, ਇੱਕ ਬੇਟੀ ਸੀ। 2 ਬੇਟਿਆਂ ਦਾ ਨਾਮ ਸੀ, ਇੱਕ ਪਹਿਲਾ ਬੇਟਾ ਸੀ ਬਾਬਾ ਸੂਰਜਮਲ ਅਤੇ ਦੂਸਰੇ ਬੇਟੇ ਦਾ ਨਾਮ ਸੀ ਬਾਬਾ ਅਟਲ। ਜਿਵੇਂ ਆਪਾਂ ਕਹਿੰਦੇ ਨੇ ਕਈ ਵਾਰੀ ਬਾਬਾ ਅਟਲ ਪੱਕੀਆਂ ਪਕਾਈਆਂ ਘੱਲ, ਇਹ ਉਹੀ ਬਾਬਾ ਅਟਲ ਜੀ ਹੈ। ਤਾਂ ਬਾਬਾ ਅਟਲ, ਅਤੇ ਉਹਨਾਂ ਦੀ ਇੱਕ ਬੇਟੀ ਸੀ ਡਾਟਰ, ਉਹਦਾ ਨਾਮ ਸੀ ਬੀਬੀ ਵੀਰੋ। ਬੀਬੀ ਵੀਰੋ। ਇਸ ਹਿਸਾਬ ਦੇ ਨਾਲ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਕਿੰਨੇ ਬੇਟੇ ਹੋ ਗਏ? ਬਾਬਾ ਗੁਰਦਿੱਤਾ ਜੀ, ਬਾਬਾ ਅਨੀ ਰਾਏ ਜੀ, ਤਿਆਗਮਲ ਜੀ, ਸੂਰਜਮਲ ਜੀ, ਬਾਬਾ ਅਟਲ। 5 ਬੇਟੇ ਹੋ ਗਏ, ਹੈ ਨਾ। 5 ਬੇਟੇ, ਇੱਕ ਬੇਟੀ। ਇਹ ਸਾਰੀ ਸਟੈਪ ਬ੍ਰਦਰ ਸਿਸਟਰ ਸੀ, ਕਿਉਂਕਿ ਇਹਨਾਂ ਦੇ ਫਾਦਰ ਤਾਂ ਗੁਰੂ ਹਰਗੋਬਿੰਦ ਸੀ, ਮਦਰ ਜਿਹੜੇ ਸੀਗੇ ਉਹ 3 ਸੀਗੀਆਂ। ਉਸ ਤੋਂ ਬਾਅਦ ਅਗਲਾ ਪੁਆਇੰਟ ਹੈਗਾ ਉਹਨਾਂ ਦੀ ਅਰੈਸਟ। ਗੁਰੂ ਹਰਗੋਬਿੰਦ ਜੀ ਨੂੰ ਜਹਾਂਗੀਰ ਨੇ ਅਰੈਸਟ ਕਰਵਾਇਆ ਸੀਗਾ। ਬੇਸਿਕਲੀ ਤਾਂ ਕਹਿੰਦੇ ਆ ਕਿ ਉਹਨਾਂ ਨੇ ਗੱਲਬਾਤ ਕਰਨ ਲਈ
बुलाया सीगा जहांगीर ने गुरु हरगोबिंद जी नूं, पर जदों बुलाया तो उत्थे उन्होंने गलबात तां नहीं की, उन्होंने अरैसट कर दिता। अरैसट करके उन्होंने ग्वालियर फोर्ट, ये ग्वालियर फोर्ट की हैगी है फोटो, और ये अंदर ग्वालियर फोर्ट के अंदर जे किसी ने विजिट किया हो तो ये अंदर एक बहुत शानदार गुरुद्वारा है श्री गुरु हरगोबिंद जी के नाम के उत्ते, और उत्थे मतलब कि अरैसट करके रखा। ये ना ਇਹਦਾ ਜਿਹੜਾ टाइम पीरियड आ किन्नी देर वो अंदर रहे, किले ਦੇ ਵਿੱਚ रहे, जेल ਇਹਨੂੰ जेल 'ਚ कन्वर्ट करके किले 'ਚ ਰੱਖਿਆ, किन्नी देर वो उत्थे रहे। ਤਾਂ कई स्कॉलर 2 साल ਕਹਿੰਦੇ ਆ, कोई स्कॉलर कुछ बोलते हैं मैक्सीमम पीरियड ਜਿਹੜਾ लोग बोलते होगा 12 साल, तो मिनीमम पीरियड ਜਿਹੜਾ ਵੱਖ-ਵੱਖ मुस्लिम हिस्टोरीअन सिख हिस्टोरीअन बोलते होगा 2 साल, मतलब घट्टो घट्ट 2 साल तो वो इंप्रिजनमेंट ਦੇ ਵਿੱਚ रहे ही सीगे। और जदों वो ग्वालियर फोर्ट दे विच रहन लगे तो लोग ग्वालियर फोर्ट जिहड़ा किला आ उत्थे आउण लग गए। ग्वालियर दा जिहड़ा किला सी वो हौली हौली एक होली प्लेस की तरह लोग उत्थे विजिट करन लग गए, क्योंकि गुरु जी उहदे विच बंद सीगे। तां विद इन पीरियड ऑफ फ्यू ईयर्स, मे बी 2 ईयर, मे बी मोर दैन 2 ईयर्स, ਜਿਹੜਾ ਮੁਗਲ ਕਿੰਗ ਸੀ ਜਹਾਂਗੀਰ, ਉਹ ਕਨਵਿੰਸ ਹੋ ਗਿਆ ਕਿ ਨਹੀਂ ਇਹ ਸੇਂਟਲੀ ਫਿਗਰ ਹੈ, ਇਹਨਾਂ ਨੂੰ ਛੱਡ ਦੇਣਾ ਚਾਹੀਦਾ ਹੈ, ਠੀਕ ਆ। ਤਾਂ ਫਿਰ ਉਹਨਾਂ ਨੇ ਰਿਲੀਜ਼ ਕਰ ਦਿੱਤਾ ਐਜ਼ ਪਰ ਸਟੋਰੀਜ਼, ਮਤਲਬ ਜਿਵੇਂ ਕਿ ਪ੍ਰਚਲਿਤ ਹੈ। ਉਹਦੇ ਵਿੱਚ ਇਹ ਕਿਹਾ ਜਾਂਦਾ ਕਿ ਜਦੋਂ ਗੁਰੂ ਹਰਗੋਬਿੰਦ ਜੀ ਨੂੰ ਕਿਹਾ ਗਿਆ ਕਿ ਉਹਨਾਂ ਨੂੰ ਰਿਲੀਜ਼ ਕੀਤਾ ਗਿਆ, ਉਹਨਾਂ ਨੂੰ ਜੇਲ੍ਹ 'ਚੋਂ ਛੱਡ ਦਿੱਤਾ ਗਿਆ, ਤਾਂ ਉਹਨਾਂ ਨੇ ਆਪਣੇ ਨਾਲ 52 ਪਹਾੜੀ ਰਾਜੇ वीर आज़ाद करवाए, मतलब कि रिलीज़ किए। उन्होंने शर्त रखी कि मैं तां बाहर जाऊँगा, मेरे नाल जिन्ने राजे जिन्हां दे नाल उन्हें इन्ने सालों के दोस्ती भी पै गई सी, उन्होंने भी आज़ाद किया जाए, उन्होंने भी छड्डिया जाए ना। तो जहांगीर ने उन्हों का भी रिलाज कर, इस करके गुरु हरगोबिंद जी बंदी छोड़ भी कहा जाता है, बंदी छोड़। तो वो बंदी छोड़ दिवस भी मनाया जाता है। ये दिवाली तो असी दिवाली जिहड़ी है वो हिंदू तो सिखां दी सांझा एक फैसटिवल है। हिंदू उन्होंने एज ए दिवाली, हिंदू धर्म के लोग उन्होंने एज ए दिवाली ही मनाते हैं। सिख धर्म के लोग उन्होंने बंदी छोड़ दिवस के तौर पर भी सैलीब्रेट करते हैं। दिवाली तो हैगी है, चलो सारिਆਂ ਦੀ है, दिवाली सिखां की भी, दिवाली हिंदुओं की भी है, पर वो सिख एक एडड डे हैगा, वो हैगा बंदी छोड़ दिवस, क्यों उन्होंने 52 राजा भी आज़ाद करवाया सीगा। उस तो बाद आप कंट्रीब्यूशन की गल करिए। कंट्रीब्यूशन दे विच आपां इंपॉर्टेंट चीज़ कि उन्होंने ना गुरु हरगोबिंद जी ने एक नवी पॉलिसी, न्यू पॉलिसी अडॉप्ट की, ठीक है। न्यू पॉलिसी क्यों अडॉप्ट की? उन्होंने मतलब ओरीएंटेशन जी सिस्टम की सारी ओरीएंटेशन चेंज कर दी, नवा एक नवी लुक, नवी फिलोसफी बैक दे विच काम करन लग गई, और इनू आपां नवी फिलोसफी या न्यू पॉलिसी बोलते हैं। न्यू पॉलिसी के बैकग्राउंड दे विच सीगा जिवें कि श्री गुरु अर्जन देव जी की शहादत हुई। वो शहादत ये जी लहर सी, उहदे विच टर्निंग पॉइंट की तरह उन्हें काम किया। लहर मतलब श्री गुरु नानक देव जी तो ऑनवर्ड, सिख धर्म का बाद होने दे विच है। आपां जे इन्हां नूं भी सिख धर्म का ही नाम दे दईए तो सिख धर्म के विच श्री गुरु अर्जन देव जी की जिहड़ी शहादत सी वो एक टर्निंग पॉइंट की तरह सी। उस टर्निंग पॉइंट के विच श्री गुरु हरगोबिंद जी ने जिहड़ा इंपॉर्टेंट पहला स्टैप चुक्या वो सीगा न्यू पॉलिसी। न्यू पॉलिसी दे विच गुरु अर्जन देव जी एक मैसेज भी दे के गए सीगे, बी रेडी फॉर सैक्रीफाइस, त्याग दे लई तैयार रहना पैना सारिਆਂ ਨੂੰ, ठीक है, क्योंकि अगे अगे जो समा आ रहा वो त्याग मंगदा, बलिदान मंगदा। ये मैसेज है श्री गुरु अर्जन देव जी का। इस मैसेज को सामने रखते हुए भी हरगोबिंद जी ने नवी पॉलिसी अडॉप्ट की, प्लस कई सारे होर फैक्टर भी सीगे, नक्शबंदी रोल प्ले करी जा रहे सीगे, अपने अंदरूनी एक कले कलेश जिहड़ा सीगा वो भी सीगा, जिवें बहुत सारे लोग अपने आप को गुरु गद्दी का क्लेम करते सीगे, वो लड़ाई करते सी गुरु साहिबाना दे नाल। इन्हां सारी चीज़ों के चलते नवी पॉलिसी जिहड़ी सी वो अडॉप्ट की गई। नवी पॉलिसी का सब तो
पहला पॉइंट आप पॉइंट ਚੱਕੀਏ ਜਾਂ सब तो इंपॉर्टेंट पॉइंट ਚੱਕੀਏ वो ਸੀਗਾ मीरी एंड पीरी। मीरी एंड पीरी। मीरी मतलब और पीरी मतलब पीरी तो भाव स्पिरिचुअलिज्म है, मीरी तो भाव वर्ल्ड अफेयर तो है। वर्ल्ड अफेयर्स मतलब कि हुण गुरु साहिबान अपने फॉलोअर्स नूं दोनों दुनिया दे विच रिप्रजेंट करनगे, इस दुनिया दे विच भी मतलब वर्ल्ड दे विच भी ते उस दुनिया दे विच भी मतलब स्पिरिचुअल वर्ल्ड दे विच भी, अंदरूनी दुनिया और बाहरली दुनिया। और ये दो तलवारां सी जड़ियां श्री गुरु हरगोबिंद जी ने धारण कीतियां। ये दो सवोर्ड सीगियां श्री गुरु हरगोबिंद जी ने धारण कीतियां। एक सवोर्ड मीरी नूं रिप्रजेंट करती सी, मतलब वर्ल्डली अफेयर्स नूं रिप्रजेंट करती सी। तो यदा मतलब ये भी सीगा कि जिहड़े गुरु साहिबान आ वो अपने फॉलोअर्स के जिहड़े दुनियावी काम आ वर्ल्डली अफेयर्स आ उन्हां दी भी रहनुमाई करनगे। ठीक है। दूसरी जिहड़ी तलवार सी वो पीरी नूं रिप्रजेंट करती सी। इसदा मतलब है कि जिहड़े गुरु साहिबान आ वो अपने फॉलोअर्स की जिहड़ी स्पिरिचुअल लाइफ है, जिहड़ी धार्मिक लाइफ है, ठीक है, जिहड़ी मुक्ति प्राप्त करने वाली लाइफ है, ठीक है, ਉਹਦੇ ਨੂੰ भी रिप्रजेंट करनगे, ਉਹਨੂੰ भी गाइड करनगे। तो दो तलवारां श्री गुरु हरगोबिंद जी ने धारण कीतियां, मीरी की तलवार और पीरी की तलवार। ठीक है। तो इस तरीके दे नाल उन्होंने पहला जिहड़े इस तो पहला वाले गुरु सीगे वो आपां ये कह सकते हैं कि वो सिर्फ पीरी नूं रिप्रजेंट करते सीगे, स्पिरिचुअल वर्ल्ड नूं रिप्रजेंट करते सीगे। पर गुरु हरगोबिंद जी ने न्यू पॉलिसी के तहत ये नवीं पॉलिसी अडॉप्ट की कि वो अपने फॉलोअर्स की मीरी दे नाल पीरी दे नाल मीरी मतलब कि वर्ल्डली फेज नूं भी रिप्रजेंट करनगे। और जिवें आपां हरमंदर साहब बन गया, हरमंदर साहब पीरी नूं रिप्रजेंट करता, मतलब बंदे की धार्मिक लाइफ नूं रिप्रजेंट करता, बंदे की स्पिरिचुअल लाइफ नूं रिप्रजेंट करता। पर गुरु हरगोबिंद जी ने मीरी नूं रिप्रजेंट करने वास्ते एक अकाल तख्त की स्थापना की। ये अकाल तख्त की फोटो है। अकाल तख्त बनाया हरमंदर साहब के बिल्कुल सामने। वो कदों बनया 1609 दे विच। 1609 दे विच अकाल तख्त की कंस्ट्रक्शन करवाई श्री गुरु हरगोबिंद जी ने। बड़े बारी ये सवाल पूछा जाता, सिंपल सवाल था कई बार ये है कि किने बनवाया, वह आंसर है श्री गुरु हरगोबिंद जी। तो कई बार डेट भी पूछ ली जाती, साल पूछ लिया जाता कदों बनया। ठीक है। तो वह आंसर है 1609। कई बार ये भी पूछा जा सकता कि यदा मतलब सी क्यों बनाया, लॉजिक की सीगा। लॉजिक सी मीरी मतलब कि टू रिप्रजेंट वर्ल्डली अफेयर्स ऑफ द फॉलोअर्स। हुण अकाल तख्त बन गया। यह अकाल तख्त जिहड़ा सीगा वो इट वाज लाइक ए पेडेस्टल टू सिट ऑन। इत्थे गुरु साहिबान बैठते सी, गुरु साहब बैठते सी, श्री गुरु हरगोबिंद जी। ये एक हाई रेज्ड पेडेस्टल सीगा। इहदे विच कोट लगाया जाता सीगा। ਉਹ लोग फॉलोअर्स उस कोर्ट ਦੇ ਵਿੱਚ ਆਉਂਦੇ ਸੀ। गुरु साहिबान उन्होंने कोर्ट ਦੇ ਵਿੱਚ अपने फॉलोअर्स ਦੇ जिन्ने भी मुद्दे ਸੀਗੇ उन्होंने डिस्कस करते ਸੀਗੇ और उन्होंने समाधान ਕੱਢਦੇ ਸੀਗੇ। कई लड़ाई झगड़े अगर होंगे तो उन्होंने रिजोल्व किया जाता ਸੀਗਾ। ठीक है। गुरु ये न्यू पॉलिसी ਦੇ ਵਿੱਚ गुरु साहिबान ने नवे सिंबल्स अज्यूम किए, जिमें उन्होंने शस्त्र धारण कर लिया, मतलब तलवार धारण कर ली। उन्होंने कैप दे विच पंख या फीदर वो लगना शुरू हो गया। उन्होंने कोट लगाने शुरू कर दिते, हाई पेडेस्टल ते बैठना शुरू कर दिता, तख्त जां तख्त कह सकते हैं, तख्त ते बैठना शुरू कर दिता। और अपने फॉलोअर्स नूं कह दिता वैपन्स अंबरेस करो, वैपन धारण हथियार धारण करो। हथियार जिहड़े सीगे उन्होंने ये भी कहा, जिहड़े लोग दान करते सी उन्होंने अपने फॉलोअर्स नूं ये भी मैसेज दिता कि दान दे विच जे तुसीं वधिया चीज़ देना चाहते तो कोई वधिया हथियार दे के हथियार दो। ठीक है। तो हथियार लेना शुरू कर दिता। उन्होंने एक स्टैंडिंग आर्मी बनाई 500 सोल्जर्स की। एक नैक्सट पॉइंट है, स्टैंडिंग आर्मी बनाई।
स्टैंडिंग आर्मी का जिहड़ा जरनल सीगा वो सीगा पैंदा खान, पैंदे खान, PAINDA, पैंदा खान। पैंदा खान वो ये पठान रेजिमेंट सी, पैंदा खान पठान सी। 500 सोल्जर की एक पठान रेजिमेंट बनाई गई। उस तो बाद एक इंपॉर्टेंट चीज़ है कि गुरु साहब ने एक टाइटल ज्यूम किया सच्चे पातशाह का, टाइटल सच्चे पातशाह। ये ना कई बार सवाल आता सच्चे पातशाह किनू कहा जाता। बहुत सारे बच्चे इसका गलत जवाब देंगे, कोई श्री गुरु तेग बहादुर जी कह दिंदा, कोई श्री गुरु अर्जन देव जी कह दिंदा, कोई श्री गुरु गोबिंद सिंह जी कह दिंदा। ये लोग सोचते कि श्री ज़्यादातर लोग ये बच्चे आंसर देंगे श्री गुरु अर्जन देव जी, श्री गुरु अर्जन देव जी को सच्चे पातशाह कहा जाता, पर रियलिटी इदा नहीं है। रियलिटी श्री गुरु हरगोबिंद जी सच्चे पातशाह है। तो 1645 के विच वो नवे अपने सक्सैसर उन्होंने चूज़ किया श्री गुरु हर राय जी। ये उन्होंने ग्रैंड सन से पोते से, और ये तेग बहादुर जी को क्यों नहीं उन्होंने अपना सक्सैसर चुनिया, क्योंकि तेग बहादुर जी उदों असैटिक लाइफ एक विराग की जिंदगी जी रहे थे, जिहड़ा कि सिख फिलोसफी के अगेंस्ट आ। वो इदा के बंदे विराग की जिहड़ा बंदा विराग की जीवन जी रहा, असैटिक लाइफ जी रहा, उन्होंने गुरुगद्दी ते काबिल नहीं समझा गया। आई मीन इग्नोर कर दिता गया। बाद चलो वो बन गए। इस करके उस तो बाद आप इन्हां दीयां बैटल्स की गल करते हैं। श्री गुरु हरगोबिंद साहब दीयां लड़ाइयाँ, इन्हां ने श्री गुरु हरगोबिंद जी ने अपनी मतलब लाइफ पीरियड के विच 4 बार इन्हां दी लड़ाई हुई। 3 लड़ाइयाँ तो बड़ियां मेजर लड़ाइयाँ सीगियां, चौथी लड़ाई भी सी चलो, तो 4 बार इन्हां दी लड़ाई हुई। सब तो पहली बैटल है बैटल ऑफ अमृतसर। बैटल ऑफ अमृतसर ये 1634 च हुई सी बैटल ऑफ अमृतसर। 1634 दे विच बैटल ऑफ अमृतसर लड़ी गई सी। ਇਹਦਾ अगर एक वर्ड ਦੇ ਵਿੱਚ आंसर ਕੱਢਣਾ ਹੋਵੇ क्यों लड़ाई लड़ी गई सी, ਉਹਦਾ आंसर है हॉक, बाज। ठीक है, ये ना मुगलों का बाज सीगा। वो मुगलों ये बाज गुरु फॉलोअर जिहड़े सीगे उन्होंने ये बाज खो लिया या ले लिया। ठीक है, तो वो मुगल अपने बाज वापस लैन आए, तो गुरु जिहड़े फॉलोअर सीगे जां इहदे विच बेसिकली भाई बिधी चंद, भाई जेठा, भाई पैंदा खान, तो इन्हां ने बाज देने तो मना करता, उन्होंने हमला करता। तो अमृतसर दे विच 1634 दे विच यह लड़ाई हुई। गुरु साहब की तरफों भाई बिधी चंद, भाई जेठा, पैंदा खान ये मिलिटरी जनरल सीगे, और मुखलिस खान ये बंदा सीगा मुगलों की तरफ तो। यदी डैथ हो गई इस लड़ाई की, मारिया गया इनू। तो चलो बाज एक शब्द है जिहदे नाल आपां याद रख सकते हैं पहली लड़ाई। ठीक है, दूसरी सैकेंड बैटल सी बैटल ऑफ लहरा, बठिंडा दे विच बैटल ऑफ लहरा। ये भी 1634 च हुई। इहदा अगर ये 2 शब्द एक शब्द याद करना हो वो हैगा 2 हॉर्स, 2 घोड़े। होया की सीगा कि गुरु साहब के 2 मसंद सीगे। दो मसंद सीगे, वो मसंद काबुल तो 2 घोड़े लेके आए सीगे। पहले घोड़े का नाम सीगा दिलबाग, दूजे घोड़े का नाम सीगा गुलबाग। दिलबाग ते गुलबाग। ते दिलबाग सीगा, दूजे घोड़े का नाम सी गुलबाग। तो ये ना 2 घोड़े बड़े क्वालिटी के घोड़े सीगे, वो गुरु साहब नूं भेंट करने वास्ते ही लेके आए सीगे। पर रास्ते दे विच मुगलों की आर्मी ने 2 घोड़े खोले, स्नैच कर ले। लैके कौन आए थे जिहड़े 2 मसंद से, उन्हों का की नाम से, एक का नाम से मल, दूजे नाम से तारा चंद।
एक का नाम सी मल, दूजे का नाम सी तारा चंद। तारा चंद तो ये दोनों जने दो घोड़े लेके आए सी काबुल तो। खोल है होया कि चलो पहला तो खोल है, ये गलत होया ना। तो भाई बिधि चंद जिहड़ा सीगा ये ना वो बन के चला गया उन्होंने अस्तबल दे विच, मुगलों के अस्तबल दे विच। ये एक ग्रासमैन जिहड़ा पशुओं को घाह पाउंदा वो ग्रासमैन बन के चला गया, और ये जाके दोनों घोड़े खोल के ले आया। जदों मुगलों को यह गल पता लगी कि साडे दोनों घोड़े जिहड़े असीं इन्हां तो खोए सी वो वापस लै गए चोरी कढ़ के, तां गुरु उन्होंने हमला करता। हमला हो गया तो बठिंडा नाम की जगह दे विच लड़ाई, बठिंडे दे विच लहरा नाम की जगह ते लड़ाई हुई, और इस लड़ाई दे विच मुगल कमांडर का नाम सीगा कुमार बेग। कुमार बेग मुगल कमांडर का नाम सी कुमार बेग, और यदी डैथ हो गई, मतलब इन्हें मारिया गया लड़ाई दे विच। और इधरों मतलब कि सिखां दी अपने गुरु साहब की तरफ तो अपने पुराने जिहड़े इन्हां दे मिलिटरी जनरल सीगे भाई बिधि चंद है ना, भाई जेठा जी, ये सारे यही मिलिटरी जनरल सीगे। एक इंपॉर्टेंट चीज़ एक ये भी है, वो है भाई जेठा जी दी भी शहादत हुई। भाई जेठा जी इस बैटल दे विच, बैटल लहरा दे विच उन्हां दी डैथ हो गई ना। भाई जेठा जी भाई जेठा जी की शहादत हुई बैटल लहरा दे विच। सवाल पूछा गया, मैं किसी होर छोटे कंपीटेटिव एग्जाम के सवाल पूछा सीगा कि मैं पढ़िया सीगा कि भाई जेठा जी की शहादत किहड़ी लड़ाई च हुई। दैट इज़ बैटल ऑफ लहरा बठिंडा 1634। थर्ड बैटल है बैटल ऑफ थर्ड है बैटल ऑफ कीरतपुर साहब 1635। बैटल ऑफ कीरतपुर, बैटल ऑफ कीरतपुर भी बड़ी इंपॉर्टेंट बैटल है। ਇਹਦਾ अगर एक शब्द कढ़ना होवे वो हैगा पैंदा खान। पैंदा खान, पैंदे खान के कारण ये लड़ाई हुई सी। होया इदां सी कि पैंदा खान वो धोखा कर गया, वो ट्रेटर हो गया। वो गुरु साहब के बारे दे सारी जी इनफॉर्मेशन आ उन्होंने दिंदा रहा, देन लग गया। कीरतपुर नहीं है, यदा नाम है बैटल ऑफ करतारपुर। ये गलत लिखा गया, सॉरी कट दो इनू। यदा नाम है बैटल ऑफ करतारपुर। मैं भी कभी जावा, मैं याद नहीं आ रहा। बैटल ऑफ करतारपुर ठीक है 1635 बैटल ऑफ करतारपुर, नॉट कीरतपुर। दोनों डिफरेंट है। करतारपुर जलंधर के पहले पासे, कीरतपुर दूजी तरफ है। बैटल ऑफ करतारपुर 1635 ये हुई सी। पैंदे खान इसका इमीजिएट कॉज सीगा। पैंदे खान मुगलों नाल रल गया, और पैंदे खान ने गुरु साहब के बारे बहुत सारी इन्फॉर्मेशन भी लीक कर दी, और करतारपुर के 1635 के विच मुगलों ने गुरु साहब के उत्ते हमला कर दिता। ये दो एक इंपॉर्टेंट होर चीज़ है, दो तीन इंपॉर्टेंट चीज़ा है। पहली, अचानक पैंदे खान चलती लड़ाई दे विच मुगलों नाल जा लड़िया, मुगलों नाल रल गया, तो गुरु साहब के कोल सोल्जर बड़े घट रह गए। जिहड़े गुरु साहब के भगत से उही बच गए। पैंदे खान अपने काफ़ी बड़ा एक ग्रुप लैके उधर चला गया। दैट बिकम ए वेरी इंपॉर्टेंट प्रॉब्लम फॉर गुरु जी के हाउ टू हैंडल द बैटल दे विच हुण किवें। उदों बिल्कुल ऑन टाइम ते जिहड़ा साथ दिता गुरु साहब का वो सीगा भाई बिधि चंद। ये उन्होंने फोटो भाई बिधि चंद। भाई बिधि चंद ने उदों साथ दिता कि मतलब कि अपनी आर्मी लैके बिल्कुल मौके ते वो लड़ाई दे विच आ गया, तो लड़ाई दे विच गुरु साहब जित गए। दूसरे इंपॉर्टेंट घटना हैगी है, वो हैगी है कि पैंदा खान गुरु साहब के बिल्कुल आमने सामने आ गया। फोटो के दिखाया गया पैंदा खान, ठीक है। तो गुरु साहब
ਪੈਂਦਾ ਖਾਨ ਦੇ ਹੱਥੋਂ ਮਾਰੇ ਗਏ। ਤਾਂ ਉਹ ਕਹਿੰਦੇ ਆ, ਇੱਕ ਸਟੋਰੀ ਆ ਕਿ ਜਦੋਂ ਗੁਰੂ ਸਾਹਿਬ ਤੇ ਪੈਂਦਾ ਖਾਨ ਆਮਣੇ ਸਾਹਮਣੇ ਹੋਏ ਲੜਾਈ ਦੇ ਵਿੱਚ, ਤੇ ਗੁਰੂ ਸਾਹਿਬ ਨੇ ਉਹਨੂੰ ਕਿਹਾ ਕਿ ਤੂੰ ਬਹੁਤ ਸਾਲ ਸਾਡੀ ਸੇਵਾ ਕੀਤੀ ਹੈ, ਸਾਡੇ ਡੇਰੇ ਦੇ ਵਿੱਚ ਰਿਹਾ ਹੈ, ਸਾਡੇ ਨਾਲ ਰਿਹਾ ਹੈ, ਹੁਣ ਚਾਹੇ ਆਪਾਂ ਐਜ਼ ਏ ਐਨਮੀ ਆਮਣੇ ਸਾਹਮਣੇ ਖੜ੍ਹੇ ਹਾਂ, ਪਰ ਉਹ ਜਿਹੜੀ ਸੇਵਾ ਕੀਤੀ ਹੈ ਉਹਦੇ ਬਦਲੇ 'ਚ ਮੈਂ ਇੱਕ ਚੀਜ਼ ਤੈਨੂੰ ਇਹ ਦੇ ਸਕਦਾ ਬੈਟਲਫੀਲਡ ਦੇ ਵਿੱਚ ਕਿ ਤੂੰ 3 ਹਮਲੇ 3 ਅਟੈਕਸ ਤੂੰ ਪਹਿਲਾਂ ਕਰ ਲਾ ਮੇਰੇ 'ਤੇ, ਠੀਕ ਹੈ, ਫਿਰ ਮੈਂ ਉਹਦੇ ਵਿੱਚ ਤੇਰੇ 'ਤੇ ਕੋਈ ਹਮਲਾ ਨਹੀਂ ਕਰੂੰਗਾ, ਤੂੰ 3 ਵਾਰ ਮੇਰੇ 'ਤੇ ਹਮਲਾ ਕਰ ਸਕਦਾ ਹੈ, ਠੀਕ ਹੈ। ਅਤੇ ਹਮਲਾ ਕਰਨ ਤੋਂ ਬਾਅਦ ਚੌਥੀ ਵਾਰ ਫਿਰ ਆਪਾਂ ਲੜਾਈ ਜਿਹੜੀ ਆ ਸਹੀ ਤਰੀਕੇ ਨਾਲ ਸ਼ੁਰੂ ਕਰਾਂਗੇ। ਤਾਂ ਉਹਨੇ 3 ਵਾਰ ਗੁਰੂ ਸਾਹਿਬ ਦੇ ਉੱਤੇ ਹਮਲਾ ਕੀਤਾ, ਤਲਵਾਰ ਦੇ ਨਾਲ, ਨੇਜੀ ਦੇ ਨਾਲ, ਕਿਸੇ ਵੀ ਤਰੀਕੇ ਦੇ ਨਾਲ 3 ਵਾਰ ਹਮਲਾ ਕੀਤਾ। ਗੁਰੂ ਸਾਹਿਬ ਨੇ ਆਪਣਾ ਬਚਾਅ ਕੀਤਾ। ਚੌਥੀ ਵਾਰ ਪਹਿਲੇ ਹੀ ਹਮਲੇ ਦੇ ਵਿੱਚ ਗੁਰੂ ਸਾਹਿਬ ਨੇ ਪੈਂਦਾ ਖਾਨ ਜਿਹੜਾ ਉਹਦਾ ਮਰਡਰ ਹੋ ਗਿਆ, ਉਹਦਾ ਮਾਰ ਦਿੱਤਾ। ਇਹ ਪੈਂਦਾ ਖਾਨ ਉੱਥੇ ਮਾਰਿਆ ਗਿਆ। ਇੱਕ ਹੋਰ ਇੰਪੋਰਟੈਂਟ ਇਹਦੇ ਵਿੱਚ ਹੈਗੇ, ਉਹ ਹੈਗਾ ਇਹਦੇ ਵਿੱਚ ਸ਼੍ਰੀ ਗੁਰੂ ਤਿਆਗਮਲ ਜਿਹੜੇ ਸੀਗੇ ਨਾ, ਤਿਆਗਮਲ ਨੇ ਇਸ ਲੜਾਈ 'ਚ ਪਾਰਟੀਸਪੇਟ ਕੀਤਾ ਸੀਗਾ। ਉਹਨੇ ਬਹੁਤ ਵਧੀਆ ਤਰੀਕੇ ਨਾਲ ਲੜਾਈ ਲੜੀ, ਤਲਵਾਰਬਾਜ਼ੀ ਬਹੁਤ ਵਧੀਆ ਤਰੀਕੇ ਨਾਲ ਕੀਤੀ, ਅਤੇ ਤੇਗ ਤੋਂ ਭਾਵ ਆ ਤਲਵਾਰ। ਅਤੇ ਇਸੇ ਕਰਕੇ ਗੁਰੂ ਸਾਹਿਬ ਨੇ ਲੜਾਈ ਦੇ ਵਿੱਚ ਹੀ ਉਹਨੂੰ ਕਿਹਾ ਕਿ ਤੇਰਾ ਨਾਂ ਤਿਆਗ ਨਹੀਂ ਹੈ, ਤੇਰਾ ਨਾਂ ਤੇਗ ਆ, ਯੂ ਆਰ ਬਰੇਵ, ਤੇਰਾ ਨਾਂ ਤੇਗ ਬਹਾਦਰ। ਅਤੇ ਉਹ ਲੜਾਈ 'ਚ ਉਹਦਾ ਨਾਮ ਚੇਂਜ ਹੋ ਗਿਆ, ਸ਼੍ਰੀ ਗੁਰੂ ਤੇਗ ਬਹਾਦਰ ਜੀ। ਉਹ ਪਹਿਲਾਂ ਤਿਆਗਮਲ ਤੋਂ ਤੇਗ ਬਹਾਦਰ ਹੋ ਗਏ, ਠੀਕ ਹੈ। ਇਹ ਇੱਕ ਇੰਪੋਰਟੈਂਟ 3-4 ਇੰਪੋਰਟੈਂਟ ਪੁਆਇੰਟਸ ਹੈਗੇ ਇਸ ਲੜਾਈ ਦੇ। ਬੈਟਲ ਆਫ ਕਰਤਾਰਪੁਰ, ਇਹ ਗਲਤ ਲਿਖਿਆ ਗਿਆ, ਬੈਟਲ ਆਫ ਕਰਤਾਰਪੁਰ, ਇਟ ਇਜ਼ ਨਾਟ ਕੀਰਤਪੁਰ। ਨੈਕਸਟ ਇਜ਼ ਬੈਟਲ ਆਫ ਫਗਵਾੜਾ। ਗੁਰੂ ਸਾਹਿਬ ਸ਼ਿਫਟ ਕਰ ਗਏ, ਗੁਰੂ ਸਾਹਿਬ ਲੜਾਈਆਂ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਸੀਗੇ, ਇਸ ਕਰਕੇ ਉਹ ਉੱਥੋਂ ਸ਼ਿਫਟ ਕਰਕੇ ਕੀਰਤਪੁਰ ਸਾਹਿਬ ਚਲੇ ਗਏ, ਠੀਕ ਹੈ। ਅਤੇ ਕੀਰਤਪੁਰ ਸਾਹਿਬ ਚਲੇ ਗਏ ਤਾਂ ਕਹਿੰਦੇ ਆ ਕਿ ਜਦੋਂ ਉਹ ਸ਼ਿਫਟ ਕਰ ਰਹੇ ਸੀਗੇ, ਉਹਨਾਂ ਨੇ ਮੁਗਲਾਂ ਦੇ ਜਿਹੜੇ ਬੜੇ ਅਫਸਰ ਸੀ ਉਹਨਾਂ ਨੂੰ ਮੈਸੇਜ ਵੀ ਲਗਾ ਦਿੱਤਾ ਸੀਗਾ ਕਿ ਅਸੀਂ ਲੜਾਈਆਂ 'ਚ ਨਹੀਂ ਜਾਣਾ ਚਾਹੁੰਦੇ, ਦੈਟ ਇਜ਼ ਰੋਂਗ ਵੇ, ਇਹ ਗਲਤ ਰਸਤਾ ਹੈ ਸਾਡੇ ਵਾਸਤੇ। ਸਾਡੀ ਗੁਰੂ ਨਾਨਕ ਦੇਵ ਜੀ ਜਿਹੜੇ ਸਾਨੂੰ ਇੱਕ ਬਹੁਤ ਵੱਡਾ ਇੱਕ ਰਿਸਪੋਂਸੀਬਿਲਿਟੀ, ਇੱਕ ਜ਼ਿੰਮੇਵਾਰੀ ਦੇ ਕੇ ਗਏ ਆ, ਉਹ ਹੈਗੀ ਕਿ ਉਹਨਾਂ ਦੀਆਂ ਟੀਚਿੰਗਸ ਨੂੰ, ਉਹਨਾਂ ਦੀਆਂ ਪ੍ਰੀਚਿੰਗਸ ਨੂੰ ਫੈਲਾਉਣਾ, ਠੀਕ ਹੈ, ਉਹਨਾਂ ਦੇ ਮੈਸੇਜ ਨੂੰ ਫੈਲਾਉਣਾ। ਅਸੀਂ ਉਹੀ ਕੰਮ ਕਰਨਾ, ਲੜਾਈਆਂ ਨਹੀਂ ਕਰਨੀਆਂ। ਉਹ ਸ਼ਿਫਟ ਕਰ ਗਏ, ਅਤੇ ਸ਼ਿਫਟ ਕਰ ਗਏ ਤਾਂ ਕੀਰਤਪੁਰ ਸਾਹਿਬ ਜਾ ਰਹੇ ਸੀ ਕਿ ਕਹਿੰਦੇ ਆ ਕਿ ਰਸਤੇ ਦੇ ਵਿੱਚ ਫਗਵਾੜਾ ਨਾਂ ਦੀ ਜਗ੍ਹਾ ਦੇ ਵਿੱਚ ਉੱਤੇ ਉਹਨਾਂ ਨੇ ਦੁਬਾਰਾ ਉੱਥੇ ਲੜਾਈ ਹੋਈ। ਅਤੇ ਬਹੁਤ ਸਾਰੇ ਹਿਸਟੋਰੀਅਨ, ਮੁਸਲਿਮ ਔਰ ਸਿੱਖ ਹਿਸਟੋਰੀਅਨ ਇਹਨੂੰ ਲੜਾਈ ਨਹੀਂ ਮੰਨਦੇ, ਕਹਿੰਦੇ ਕਿ ਲੜਾਈ ਨਹੀਂ ਸੀ, ਇਹ ਸਕਰਮਿਸ਼ਿਸ਼ ਟਾਈਪ ਸੀਗਾ, ਥੋੜ੍ਹਾ ਇੱਕ ਹਲਕਾ ਹਮਲਾ ਸੀਗਾ ਗੁਰੂ ਸਾਹਿਬ ਦੇ ਉੱਤੇ, ਔਰ ਉਹ ਬੜੀ ਜਲਦੀ ਹੀ ਹੋ ਗਿਆ। ਫਗਵਾੜਾ ਦੇ ਵਿੱਚ ਇੱਕ ਨਾਮ ਆ, ਜਗ੍ਹਾ ਆ ਪਲਾਹੀ, PALAHI, ਪਲਾਹੀ। ਇਹ ਐਗਜ਼ੈਕਟ ਜਿਹੜੀ ਲੋਕੇਸ਼ਨ ਆ ਜਿੱਥੇ ਐਗਜ਼ੈਕਟਲੀ 'ਚ ਲੜਾਈ ਹੋਈ ਸੀ, ਦੈਟ ਇਜ਼ ਪਲਾਹੀ ਨਾਂ ਦੀ ਜਗ੍ਹਾ 'ਤੇ ਇਹ ਲੜਾਈ ਹੋਈ ਸੀ, ਠੀਕ ਹੈ ਜੀ। ਇਸ ਤਰੀਕੇ ਦੇ ਨਾਲ ਗੁਰੂ ਇਹ ਉਹਨਾਂ ਦੀਆਂ 4 ਲੜਾਈਆਂ ਹੈਗੀਆਂ, ਅਤੇ 4 ਲੜਾਈਆਂ ਦੇ ਫੈਕਟਸ ਜਿਹੜੇ ਆਪਾਂ ਕਰ ਲਏ। ਚੌਥੀ ਲੜਾਈ ਦਾ ਅਗਰ ਇੱਕ ਵਰਡ ਕੱਢਣਾ ਹੋਵੇ, ਦੈਟ ਇਜ਼ ਆਪਾਂ ਕੀ ਸ਼ਬਦ ਐਡ ਕਰ ਸਕਦੇ ਹਾਂ, ਸ਼ਿਫਟ ਲਿਖ ਸਕਦੇ ਹਾਂ। ਗੁਰੂ ਸਾਹਿਬ ਜੀ ਸ਼ਿਫਟ ਕਰ ਗਏ ਸੀਗੇ, ਸ਼ਿਫਟਿੰਗ ਦੇ ਦੌਰਾਨ ਇਹ ਲੜਾਈ ਹੋਈ ਹੈ। ਜਾਂ ਪਲਾਹੀ ਸ਼ਬਦ ਐਡ ਕਰ ਸਕਦੇ ਹਾਂ, ਪਲਾਹੀ, PALAHI, ਪਲਾਹੀ ਐਗਜ਼ੈਕਟਲੀ ਇਹ ਪਲੇਸ ਆ ਜਿੱਥੇ ਲੜਾਈ ਹੋਈ ਸੀ। ਤਾਂ ਇੱਦਾਂ ਮਤਲਬ 4 ਲੜਾਈਆਂ ਨੂੰ 4 ਸ਼ਬਦਾਂ ਨਾਲ ਯਾਦ ਕਰ ਸਕਦੇ ਹਾਂ। ਪਹਿਲਾ ਸ਼ਬਦ ਆ ਹੌਕ, ਦੂਸਰਾ ਸ਼ਬਦ ਆ 2 ਘੋੜੇ, 2 ਹਾਰਸ, ਤੀਸਰਾ ਸ਼ਬਦ ਆ ਪੈਂਦੇ ਖਾਨ, ਚੌਥਾ ਸ਼ਬਦ ਆ ਸ਼ਿਫਟ ਜਾਂ ਪਲਾਹੀ ਜਾਂ ਇਕੱਲਾ ਪਲਾਹੀ। ਅਤੇ ਇਹਨਾਂ 4 ਸ਼ਬਦਾਂ ਨਾਲ ਤੁਸੀਂ 4 ਲੜਾਈਆਂ ਨੂੰ ਯਾਦ ਰੱਖ ਸਕਦੇ ਹੋ, ਹੈ ਨਾ। ਗੁਰੂ ਹਰਰਾਏ ਜੀ, ਨੈਕਸਟ ਗੁਰੂ ਆ ਗੁਰੂ ਹਰਰਾਏ ਜੀ। ਗੁਰੂ ਹਰਰਾਏ ਜੀ ਇਹ ਗੁਰੂ ਹਰਗੋਬਿੰਦ ਜੀ ਤੋਂ ਬਾਅਦ ਆਏ, ਉਹਨਾਂ ਦੇ ਪੋਤੇ ਸੀਗੇ ਇਹ। ਤਾਂ ਗੁਰੂ ਇਹਨਾਂ ਦੀ ਲਾਈਫ ਐਂਡ ਕੰਟਰੀਬਿਊਸ਼ਨ ਦੀ ਗੱਲ ਕਰੀਏ, ਬਹੁਤ ਜਿਹਾ ਲੰਬਾ ਚੌੜਾ ਨਹੀਂ ਹੈਗਾ ਇਹਨਾਂ ਦਾ, ਚਲੋ ਥੋੜ੍ਹੇ ਜਿਹੇ 5-7 ਪੁਆਇੰਟਸ ਹੈਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਨਮ। ਇਹਨਾਂ ਦਾ ਜਨਮ 30 ਜਨਵਰੀ 1630 'ਚ ਹੋਇਆ ਸੀਗਾ ਕੀਰਤਪੁਰ ਸਾਹਿਬ ਦੇ ਵਿੱਚ। ਕੀਰਤਪੁਰ ਸਾਹਿਬ ਇਹਨਾਂ ਦਾ ਜਨਮ ਹੋਇਆ ਸੀ 30 ਜਨਵਰੀ 1630, 1630।
15 ਸਾਲ ਦੀ ਏਜ ਸੀ 1645 'ਚ ਜਦੋਂ ਇਹ ਗੁਰੂ ਗੱਦੀ ਤੇ ਬੈਠ ਗਏ। ਗੁਰੂ ਹਰਗੋਬਿੰਦ ਜੀ ਦੇ ਟੋਟਲ 5 ਬੇਟੇ ਸੀ, ਪਰ ਜਦੋਂ ਗੁਰੂ ਉਹਨਾਂ ਨੇ ਆਪਣੇ ਸਕਸੈਸਰ ਚੂਜ਼ ਕਰਨਾ ਸੀਗਾ ਉਦੋਂ ਸਿਰਫ 2 ਹੀ ਬੇਟੇ ਉਹਨਾਂ ਦੇ ਜਿੰਦਾ ਸੀਗੇ ਔਰ ਲਿਵਿੰਗ ਸੀਗੇ। ਇੱਕ ਸੀਗਾ ਸੂਰਜਮਲ, ਇੱਕ ਸੀਗਾ ਤੇਗ ਬਹਾਦਰ। ਠੀਕ ਹੈ। ਇੱਕ ਕਈ ਵਾਰ ਸਵਾਲ ਕਈ ਲੋਕ ਪੁੱਛ ਲੈਂਦੇ ਆ ਕਿ ਉਹਨਾਂ ਦੇ 5 ਬੇਟੇ ਸੀ, ਫਿਰ ਉਹਨਾਂ ਨੇ ਆਪਣੇ ਪੋਤੇ ਨੂੰ ਕਿਉਂ ਗੁਰਗੱਦੀ ਤੇ ਬਿਠਾ ਲਿਆ, ਆਪਣੇ ਬੇਟੇ ਨੂੰ ਕਿਉਂ ਨਹੀਂ ਬਿਠਾ ਲਿਆ? ਉਹਦੇ ਪਿੱਛੇ ਕਾਰਨ ਸੀ ਸੂਰਜਮਲ ਨੂੰ ਤਾਂ ਬਹੁਤ ਦੇਰ ਪਹਿਲਾਂ ਡਿਸਕਾਰਡ ਕਰ ਗਏ ਸੀਗੇ ਕਿ ਇਹਨੂੰ ਆਪਾਂ ਗੁਰਗੱਦੀ ਤੇ ਨਹੀਂ ਦੇਣੀ, ਨਹੀਂ ਬਿਠਾਉਣਾ। ਤੇਗ ਬਹਾਦਰ ਜੀ ਦੇ ਬਾਰੇ 'ਚ ਸੋਚਿਆ ਜਾਂਦਾ ਸੀ ਕਿ ਇਹਨੂੰ ਗੁਰਗੱਦੀ ਤੇ ਬਿਠਾਇਆ ਜਾਊਗਾ, ਔਰ ਗੁਰੂ ਜੀ ਵੀ ਇਹ ਸੋਚਦੇ ਸੀ ਜਾਂ ਕਹਿੰਦੇ ਸੀ ਕਿ ਇਹ ਸਕਸੈਸਰ ਹੋਏਗਾ। ਪਰ ਹੋਇਆ ਕਿ ਜਿਹੜੇ ਤੇਗ ਬਹਾਦਰ ਜੀ ਸੀਗੇ ਇਹ ਨਾ, ਜਿਵੇਂ ਜਦੋਂ ਗੁਰੂ ਲਾਦੋ ਰੇ ਵਾਲੀ ਵੀ ਘਟਨਾ ਹੋਈ, ਮੱਖਣ ਸ਼ਾਹ ਲਵਾਣਾ ਵਾਲੀ, ਉਦੋਂ ਵੀ ਇਹ ਅਸੈਟਿਕ ਲਾਈਫ ਜੀ ਰਹੇ ਸੀਗੇ, ਭੋਰੇ 'ਚ ਸੀਗੇ, ਭੋਰੇ 'ਚ ਰਹਿੰਦੇ ਸੀਗੇ। ਇਹ ਆਪਣਾ ਖਾਣਾ ਪੀਣਾ ਖਾ ਕੇ ਭਗਤੀ ਕਰਦੇ ਸੀਗੇ, ਭੋਰੇ 'ਚ ਰਹਿੰਦੇ ਸੀਗੇ। ਠੀਕ ਹੈ। ਤਾਂ ਗੁਰੂ ਹਰਗੋਬਿੰਦ ਜੀ ਨੂੰ ਇਹ ਚੀਜ਼ ਉਹ ਕਹਿੰਦੇ ਕਿ ਸਿੱਖ ਫਿਲਾਸਫੀ ਦੇ ਅਗੇਂਸਟ ਆ। ਇਹ ਇੱਕ ਜਗ੍ਹਾ ਬੈਠ ਕੇ ਭਗਤੀ ਕਰਦੇ ਆ, ਇਹ ਸਿੱਖ ਫਿਲਾਸਫੀ ਦੇ ਅਗੇਂਸਟ ਆ, ਇਸ ਕਰਕੇ ਇਹਨਾਂ ਨੂੰ ਗੁਰਗੱਦੀ ਤੇ ਨਹੀਂ ਬਿਠਾਇਆ ਜਾ ਸਕਦਾ। ਠੀਕ ਹੈ। ਤਾਂ ਹਾਲਾਂਕਿ ਉਹ ਕਿਤੇ ਜੰਗਲਾਂ 'ਚ ਨਹੀਂ ਗਏ, ਹਿਮਾਲਿਆ 'ਚ ਨਹੀਂ ਗਏ, ਆਪਣੇ ਜਿੱਥੇ ਉਹ ਰਹਿੰਦੇ ਸੀ ਉੱਥੇ ਹੀ ਉਹਨਾਂ ਨੇ ਇੱਕ ਜਗ੍ਹਾ ਬਣਾਈ ਹੋਈ ਸੀ ਜਿੱਥੇ ਬੈਠ ਕੇ ਉਹ ਭਗਤੀ ਕਰਦੇ ਸੀਗੇ। ਪਰ ਫਿਰ ਵੀ ਗੁਰੂ ਸਾਹਿਬ ਨੇ ਉਹਨਾਂ ਨੂੰ ਗੁਰਗੱਦੀ ਤੇ ਨਹੀਂ ਬਿਠਾਇਆ, ਉਹਨਾਂ ਨੂੰ ਸਕਸੀਡ ਨਹੀਂ ਹੋਣ ਦਿੱਤਾ। ਹਾਲਾਂਕਿ ਬਾਅਦ 'ਚ ਹੋ ਵੀ ਗਏ। ਬਾਅਦ 'ਚ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੇ ਜਦੋਂ ਬਾਬਾ ਬਕਾਲਾ ਸ਼ਬਦ ਬੋਲਿਆ ਤੇ ਗੁਰੂ ਤੇਗ ਬਹਾਦਰ ਜੀ ਹੀ ਗੁਰੂ ਬਣੇ। ਠੀਕ ਹੈ। ਉਸ ਤੋਂ ਬਾਅਦ ਇਹਨਾਂ ਦੇ ਫਾਦਰ ਦਾ ਨਾਂ ਸੀ ਬਾਬਾ ਗੁਰਦਿੱਤਾ। ਇਹ ਗੁਰੂ ਹਰਗੋਬਿੰਦ ਜੀ ਦੇ ਬੇਟੇ ਸੀ। ਪਰ ਜਦੋਂ ਉਹ ਸਕਸੈਸਰ ਚੂਜ਼ ਕਰਨ ਦੀ ਗੱਲ ਆਈ ਤਾਂ ਉਦੋਂ ਹੈ ਨਹੀਂ ਸੀਗੇ, ਉਦੋਂ ਡੈਥ ਹੋ ਚੁੱਕੀ ਸੀ। ਤੁਹਾਨੂੰ ਦੱਸਿਆ ਕਿ ਜਿਵੇਂ ਸਿਰਫ 2 ਹੀ ਉਹਨਾਂ ਦੇ ਬੇਟੇ ਜਿੰਦੇ ਸੀਗੇ। ਉਹਨਾਂ ਦੀ ਮਾਤਾ ਸੀ, ਨਾਮ ਸੀ ਮਾਤਾ ਦਾ ਨਾਮ ਸੀ ਨਿਹਾਲ ਜੀ, ਮਾਤਾ ਨਿਹਾਲ ਜੀ, ਨਿਹਾਲ NIHAL ਨਿਹਾਲ। ਉਹਨਾਂ ਦੇ 2 ਬੇਟੇ ਸੀਗੇ, ਇੱਕ ਸੀਗਾ ਰਾਮ ਰਾਏ, ਇੱਕ ਸੀਗਾ ਹਰਕ੍ਰਿਸ਼ਨ ਜੀ। ਠੀਕ ਹੈ। ਇੱਕ ਰਾਮ ਰਾਏ ਹਰਕ੍ਰਿਸ਼ਨ ਜੀ, ਔਰ ਰਾਮ ਰਾਏ ਔਰ ਹਰਕ੍ਰਿਸ਼ਨ ਜੀ ਇਹ 2 ਬੇਟੇ ਸੀਗੇ। ਇੱਕ ਇੰਪੋਰਟੈਂਟ ਕੰਟਰੀਬਿਊਸ਼ਨ ਦੇ ਵਿੱਚ ਇੱਕ ਇੰਪੋਰਟੈਂਟ ਪੁਆਇੰਟ ਆ, ਉਹ ਕੀ ਆ, ਇਹ ਨਾ ਇੱਕ ਵਾਰੀ ਮਾਲਵਾ ਮਤਲਬ ਪੰਜਾਬ ਦਾ ਮਾਲਵਾ, ਨਾਟ ਇੰਡੀਆ ਦਾ ਮਾਲਵਾ, ਮਾਲਵੇ ਦੀ ਤਰਫ ਆਪਣੀ ਇੱਕ ਜਰਨੀ 'ਤੇ ਸੀਗੇ। ਇੱਕ ਜਗ੍ਹਾ 'ਤੇ ਕੁਛ ਦਿਨ ਰੁਕੇ ਇਹ, ਉੱਥੇ ਮਾਲਵੇ ਦੇ ਵਿੱਚ ਇੱਕ ਕਿਸੇ ਪਲੇਸ ਦੇ ਉੱਤੇ ਕੁਛ ਦਿਨ ਲਈ ਇਹਨਾਂ ਦਾ ਸਟੇ ਸੀਗਾ। ਉੱਥੇ ਲੰਗਰ ਚੱਲਦਾ ਸੀਗਾ, ਸਤਸੰਗ ਹੁੰਦਾ ਸੀਗਾ, ਲੋਕ ਆਉਂਦੇ ਸੀ, ਗੁਰੂ ਸਾਹਿਬ ਨੂੰ ਮਿਲਦੇ ਸੀਗੇ। ਕਈ ਦਿਨਾਂ ਤੱਕ ਉੱਥੇ ਰੁਕੇ। ਉੱਥੇ ਇੱਕ ਬੱਚਾ ਸੀਗਾ, ਉਹਦਾ ਨਾਂ ਸੀ ਫੁੱਲ। ਉਹਦਾ ਨਾਮ ਸੀ ਫੁੱਲ। ਬੱਚਾ ਗੁਰੂ ਸਾਹਿਬ ਉਹਨੂੰ ਨੋਟਿਸ ਕਰ ਰਹੇ ਸੀ ਕਈ ਦਿਨਾਂ ਤੋਂ। ਉਹ ਬੱਚਾ ਬੜੀ ਡੈਡੀਕੇਸ਼ਨ ਨਾਲ ਕੰਮ ਕਰਦਾ ਸੀਗਾ, ਬਰਤਨ ਸਾਫ਼ ਕਰਨ ਦਾ ਕੰਮ ਵੀ, ਲੰਗਰ ਵਰਤਾਉਣ ਦਾ ਕੰਮ ਵੀ, ਲੰਗਰ ਬਣਾਉਣ ਦਾ ਕੰਮ ਵੀ, ਅੰਦਰ ਪੰਡਾਲ ਦੇ ਵਿੱਚ ਜਿਹੜੇ ਕੰਮ ਹੁੰਦੇ ਉਹ ਵੀ, ਗੁਰੂ ਸਾਹਿਬ ਨੂੰ ਆ ਕੇ ਸਰਵ ਕਰਨਾ ਉਹ ਵੀ, ਹੋਰ ਕਈ ਸਾਰੇ ਕੰਮ ਗੁਰੂ ਸਾਹਿਬ ਉਹਨਾਂ ਨੂੰ ਵਾਚ ਕਰ ਰਹੇ ਸੀਗੇ। ਇੱਕ ਦਿਨ ਜਦੋਂ ਗੁਰੂ ਸਾਹਿਬ ਨੇ ਉੱਥੋਂ ਜਾਣਾ ਸੀਗਾ ਤਾਂ ਮਤਲਬ ਆਪਣਾ ਉਹ ਕੁਛ ਦਿਨਾਂ ਦਾ ਸਟੇ ਜਿਹੜਾ ਸੀ ਉਹ ਜਦੋਂ ਮੁੱਕ ਗਿਆ, ਗੁਰੂ ਸਾਹਿਬ ਅੱਗੇ ਜਾਣਾ ਸੀਗਾ, ਤਾਂ ਉਹਨਾਂ ਨੇ ਗੁਰੂ ਸਾਹਿਬ ਨੇ ਉਸ ਬੱਚੇ ਨੂੰ ਬੁਲਾਇਆ ਔਰ ਬੱਚੇ ਨੂੰ ਬੁਲਾ ਕੇ ਇੱਕ ਸ਼ਬਦ ਬੋਲਿਆ। ਠੀਕ ਹੈ। ਉਹ ਸ਼ਬਦ ਕੀ ਸੀਗਾ? ਸ਼ਬਦ ਇਹ ਸੀ ਕਿ ਫੁੱਲ ਨੂੰ ਕਿਹਾ ਕਿ ਤੇਰੇ ਜਿਹੜੇ ਘੋੜੇ ਆ ਉਹ ਯਮੁਨਾ ਰਿਵਰ ਦਾ ਪਾਣੀ ਪੀਣਗੇ। ਮਤਲਬ ਇੱਕ ਦਿਨ ਐਸਾ ਆਏਗਾ ਜਿਸ ਦਿਨ ਤੇਰੇ ਜਿਹੜੇ ਘੋੜੇ ਆ ਯਮੁਨਾ ਰਿਵਰ ਦਾ ਪਾਣੀ ਪੀਣਗੇ। ਬੱਚੇ ਨੂੰ ਸ਼ਾਇਦ ਉਦੋਂ ਗੱਲ ਸਮਝ ਨਹੀਂ ਲੱਗੀ ਅਤੇ ਲੋਕਾਂ ਨੂੰ ਵੀ ਨਹੀਂ ਲੱਗੀ ਹੋਣੀ ਕਿ ਇਹਦਾ ਮਤਲਬ ਕੀ ਹੈ, ਯਮੁਨਾ ਰਿਵਰ ਦਾ ਪਾਣੀ ਪੀਣਗੇ ਦਾ ਲੌਜਿਕ ਕੀ ਹੈ। ਪਰ ਇਹ ਗੱਲ ਜਦੋਂ ਸੱਚ ਹੋਈ ਫਿਰ ਸਾਰੀ ਦੁਨੀਆ ਨੂੰ ਸਮਝ ਲੱਗੀ। ਉਹ ਜਿਹੜਾ ਬੱਚਾ ਸੀ ਉਹ ਫੁਲਕੀਆਂ ਮਿਸਲ ਦਾ ਬਣਿਆ। ਫੁੱਲ ਡਾਇਨੈਸਟੀ ਉਹਨੇ ਸਥਾਪਿਤ ਕੀਤੀ। ਠੀਕ ਹੈ। ਔਰ ਉਹਦੀ ਜਦੋਂ ਰਿਆਸਤ ਬਣੀ, ਉਹਦੇ ਵਿੱਚ ਰਿਆਸਤ ਦੇ ਵਿੱਚ ਪਟਿਆਲਾ, ਨਾਭਾ, ਜੀਂਦ, ਇਹ 3 ਕਿੰਗਡਮਸ ਉਹਦੇ ਵਿੱਚ ਸ਼ਾਮਲ ਹੋਈਆਂ। ਔਰ ਉਹਦੀ ਯਮੁਨਾ ਜਿਹੜੀ ਸੀ ਉਹ ਨੈਚੁਰਲ ਬਾਉਂਡਰੀ ਸੀ।
ਇਹਦਾ ਮਤਲਬ ਕਿ ਉਹ ਪਟਿਆਲੇ ਤੋਂ ਯਮੁਨਾ ਤੱਕ ਉਹਦੇ ਜਦੋਂ ਘੋੜੇ ਜਾਂਦੇ ਸੀ ਜਮੁਨਾ 'ਚ ਪਾਣੀ ਪੀ ਕੇ ਆਉਂਦੇ ਸੀ। ਤਾਂ ਮਤਲਬ ਉਹ ਜਿਹੜਾ ਆਸ਼ੀਰਵਾਦ ਦਿੱਤਾ ਉਹ ਬੱਚੇ ਨੂੰ, ਉਹ ਇਸ ਤਰੀਕੇ ਦੇ ਨਾਲ ਪੂਰਾ ਹੋਇਆ। ਉਹਨੇ ਫੁੱਲ ਡਾਇਨੈਸਟੀ ਬਣੀ ਔਰ ਬਾਅਦ 'ਚ ਫੁਲਕੀਆਂ ਮਿਸਲ ਬਣੀ, ਫੁਲਕੀਆਂ ਮਿਸਲ ਵੀ ਬਣੀ, ਉਹ ਵੀ ਇਹਦੇ ਵਿੱਚੋਂ ਨਿਕਲੀ ਸੀ। ਮਤਲਬ ਉਹ ਬੱਚਾ ਜਿਹੜਾ ਆ ਉਹ ਇੱਕ ਬਹੁਤ ਬੜੀ ਇੱਕ ਕਹਿ ਲਓ ਲੀਗੇਸੀ ਜਿਹੜੀ ਸੀ ਉਹ ਛੱਡ ਕੇ ਗਿਆ। ਇੱਕ ਇੰਪੋਰਟੈਂਟ ਘਟਨਾ ਹੈ, ਇਹ ਰਿਵਰਸ ਦਾ ਮੈਪ ਹੈਗਾ। ਇੱਕ ਇੰਪੋਰਟੈਂਟ ਘਟਨਾ ਉਹ ਹੈਗੀ ਆ ਰਾਮ ਰਾਏ ਦੀ। ਰਾਮ ਰਾਏ ਦੀ ਇੱਕ ਘਟਨਾ ਹੈਗੀ ਹੈ। ਘਟਨਾ ਕੀ ਆ ਕਿ ਔਰੰਗਜ਼ੇਬ ਉਦੋਂ ਮੁਗਲ ਬਾਦਸ਼ਾਹ ਸੀਗਾ। ਔਰੰਗਜ਼ੇਬ ਨੇ ਰਾਮ ਰਾਏ ਨੂੰ ਜਾਂ ਕਹਿ ਲਓ ਕਿ ਗੁਰੂ ਹਰ ਰਾਏ ਜੀ ਨੂੰ ਬੁਲਾਇਆ। ਔਰੰਗਜ਼ੇਬ ਨੇ ਗੁਰੂ ਹਰ ਰਾਏ ਜੀ ਨੂੰ ਬੁਲਾਇਆ ਕਿ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਔਰੰਗਜ਼ੇਬ ਨੂੰ ਇੱਕ ਸ਼ਲੋਕ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ਲੋਕ ਸੀ ਉਹਦੇ ਉੱਤੇ ਆਬਜੈਕਸ਼ਨ ਸੀ ਕਿ ਇਹ ਸ਼ਲੋਕ ਗਲਤ ਤਰੀਕੇ ਨਾਲ ਲਿਖਿਆ ਗਿਆ। ਉਹਦੀ ਐਕਸਪਲੇਨੇਸ਼ਨ ਦੇ ਵਾਸਤੇ ਉਹਨਾਂ ਨੇ ਗੁਰੂ ਹਰ ਰਾਏ ਜੀ ਨੂੰ ਬੁਲਾਇਆ ਕਿ ਤੁਸੀਂ ਆ ਕੇ ਇਸ ਸ਼ਲੋਕ ਦੀ ਐਕਸਪਲੇਨੇਸ਼ਨ ਦਿਓ। ਠੀਕ ਹੈ, ਅਤੇ ਗੁਰੂ ਹਰ ਰਾਏ ਜੀ ਨੇ ਉਸ ਸ਼ਲੋਕ ਦੀ ਐਕਸਪਲੇਨੇਸ਼ਨ ਕਰਨ ਵਾਸਤੇ ਰਾਮ ਰਾਏ ਨੂੰ ਦਿੱਲੀ ਭੇਜਿਆ। ਰਾਮ ਰਾਏ ਉਹਨਾਂ ਦਾ ਬੇਟਾ ਸੀ, ਆਪਣੇ ਬੇਟੇ ਰਾਮ ਰਾਏ ਨੂੰ ਦਿੱਲੀ ਭੇਜਿਆ। ਸ਼ਲੋਕ ਕੀ ਸੀਗਾ? ਮਾਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ। ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਸ਼ਲੋਕ ਲਿਖਿਆ। ਮਾਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਕਰ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਮੈਂ ਲਿਖਿਆ ਹੋਇਆ ਯਾਰ, ਕਰ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਹੈ ਨਾ। ਤਾਂ ਮਾਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਕਰ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਇਹ ਇੱਕ ਆਪਾਂ ਗੱਲ ਕਰਦੇ ਹਾਂ ਹੋਇਆ ਕੀ ਅਸਲ 'ਚ। ਜਦੋਂ ਰਾਮ ਰਾਏ ਮੁਗਲ ਕੋਟ ਦਿੱਲੀ ਪਹੁੰਚਿਆ ਅਤੇ ਉਹਨੇ ਜਾ ਕੇ ਮੁਸਲਮਾਨ ਔਰੰਗਜ਼ੇਬ ਤੋਂ ਡਰ ਗਿਆ। ਠੀਕ ਹੈ, ਉਹਨੇ ਕਿਹਾ ਕਿ ਸਰ ਇਹ ਮੁਸਲਮਾਨ ਸ਼ਬਦ ਨਹੀਂ ਹੈ, ਇਹ ਤਾਂ ਬੇਈਮਾਨ ਆ, ਇਹ ਤੁਸੀਂ ਗਲਤ ਪੜ੍ਹਿਆ, ਇਹ ਮੁਸਲਮਾਨ ਸ਼ਬਦ ਨਹੀਂ, ਇਹ ਬੇਈਮਾਨ ਸ਼ਬਦ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਸੀ, ਉਹਨਾਂ ਨੇ ਕਿਹਾ ਸੀ ਮਾਟੀ ਬੇਈਮਾਨ ਕੀ ਪੇੜੇ ਪਈ ਘੁਮਿਆਰ। ਅਤੇ ਚਲੋ ਔਰੰਗਜ਼ੇਬ ਨੇ ਉਹਨੂੰ ਛੱਡਤਾ। ਔਰੰਗਜ਼ੇਬ ਨੇ ਸੋਚਿਆ ਚਲੋ ਵੀ ਮੇਰੇ ਕੋਲੋਂ ਗਲਤ ਪੜ੍ਹਿਆ ਗਿਆ। ਔਰ ਬਹੁਤ ਦਿਨਾਂ ਤੱਕ 3-4 ਮਹੀਨੇ ਰਾਮ ਰਾਏ ਉੱਥੇ ਰਹਿ ਕੇ ਆਇਆ, ਚੰਗੀ ਐਸ਼ ਕੀਤੀ, ਖਾਣਾ ਪੀਣਾ ਪੁਲਿਸ ਰੋਇਲ ਗੈਸਟ ਦੀ ਤਰ੍ਹਾਂ ਰਿਹਾ। ਜਦੋਂ ਉਹ ਵਾਪਸ ਆਇਆ ਜਾਂ ਉਹ ਖਬਰਾਂ ਪਹੁੰਚੀਆਂ ਗੁਰੂ ਹਰ ਰਾਏ ਜੀ ਤੱਕ, ਤਾਂ ਗੁਰੂ ਹਰ ਰਾਏ ਜੀ ਬਹੁਤ ਨਾਰਾਜ਼ ਹੋਏ। ਉਹਨਾਂ ਨੇ ਕਿਹਾ ਕਿ ਇਹ ਤਾਂ ਤੂੰ ਬੜੇ ਬਲੰਡਰ ਕਰਕੇ ਆਇਆ, ਤੈਨੂੰ ਮੁਸਲਮਾਨ ਸ਼ਬਦ ਹੀ ਬੋਲਣਾ ਚਾਹੀਦਾ ਸੀ ਉੱਥੇ, ਚਾਹੇ ਉਹਦਾ ਨਤੀਜਾ ਕੁਛ ਵੀ ਹੁੰਦਾ। ਠੀਕ ਹੈ, ਜੇ ਸ਼੍ਰੀ ਗੁਰੂ ਅਰਜਨ ਦੇਵ ਜੀ ਸਿਰਫ ਇਸ ਕਰਕੇ ਸ਼ਹਾਦਤ ਦਿੱਤੀ, ਉਹਨਾਂ ਨੇ ਆਖਰ ਜਾ ਕੇ ਸ਼ਹਾਦਤ ਦੇ ਦਿੱਤੀ ਕਿ ਜਿਹੜੇ ਪੈਸੇ ਆ 2 ਲੱਖ ਰੁਪਈਆ ਆ ਉਹ ਮੇਰੇ ਕੋਲ ਨਹੀਂ ਹੈਗਾ, ਜਿਹੜੇ ਮੇਰੇ ਕੋਲ ਪੈਸੇ ਉਹ ਮੇਰੇ ਨਹੀਂ, ਉਹ ਲੋਕਾਂ ਦੇ ਆ। ਉਹ ਇੰਨੇ ਇਸ ਗੱਲ ਨੂੰ ਲੈ ਕੇ ਉਹ ਅੜ ਗਏ। ਠੀਕ ਹੈ, ਅਤੇ ਤੈਨੂੰ ਕੀ ਪ੍ਰੋਬਲਮ ਸੀ? ਤੂੰ ਵੱਧ ਤੋਂ ਵੱਧ ਕੀ ਹੁੰਦਾ, ਤੈਨੂੰ ਅਗਲੇ ਜੇਲ੍ਹ ਪਾ ਦਿੰਦੇ, ਕੋਈ ਸ਼ਹਾਦਤ ਕਰਦੇ, ਕੋਈ ਇੱਦਾਂ ਦਾ ਕੁਛ ਹੁੰਦਾ। ਪਰ ਤੈਨੂੰ ਇੱਦਾਂ ਨਹੀਂ ਕਰਨਾ ਚਾਹੀਦਾ ਸੀ, ਸ਼ਲੋਕ ਦਾ ਮੀਨਿੰਗ ਨਹੀਂ ਚੇਂਜ ਕਰਨਾ ਚਾਹੀਦਾ ਸੀਗਾ। ਅੱਛਾ, ਹੈ ਕੀ ਚੀਜ਼ ਆਪਾਂ ਗੱਲ ਕਰਦੇ ਹਾਂ। ਇਹ ਕ੍ਰੀਮੇਸ਼ਨ ਫਿਲੋਸਫੀ ਆ। ਠੀਕ ਹੈ, ਹਰ ਧਰਮ ਦੀ ਜਿਹੜੀ ਕ੍ਰੀਮੇਸ਼ਨ ਆ, ਮਤਲਬ ਅੰਤਿਮ ਸੰਸਕਾਰ, ਉਹ ਅਲੱਗ-ਅਲੱਗ ਹੁੰਦਾ। ਕ੍ਰੀਮੇਸ਼ਨ ਫਿਲੋਸਫੀ ਹੈ। ਗੁਰੂ ਨਾਨਕ ਦੇਵ ਜੀ ਦੇਖੋ ਕਿੰਨੇ ਡੇਅਰਿੰਗ ਸੀਗੇ। ਉਹਨਾਂ ਨੇ ਇਸਲਾਮ ਦੀ ਕ੍ਰੀਮੇਸ਼ਨ ਫਿਲੋਸਫੀ 'ਤੇ ਹੀ ਕੁਐਸਚਨ ਮਾਰਕ ਰੱਖਤਾ। ਪੂਰੀ ਦੀ ਪੂਰੀ ਕ੍ਰੀਮੇਸ਼ਨ ਦੇ ਪਿੱਛੇ ਬੈਕਗਰਾਊਂਡ ਜਿਹੜੀ ਫਿਲੋਸਫੀ ਕੰਮ ਕਰਦੀ ਆ। ਜਿਵੇਂ ਆਪਾਂ ਹਿੰਦੂਆਂ ਔਰ ਸਿੱਖਾਂ ਦੀ ਗੱਲ ਕਰੀਏ, ਹਿੰਦੂ ਸਿੱਖ ਇਹਨਾਂ ਦੀ ਇੱਕੋ ਹੀ ਹੈ। ਉਹ ਹੈਗਾ ਕਿ ਸਾਡਾ ਸਰੀਰ 5 ਤੱਤਾਂ ਦਾ ਬਣਿਆ ਹੋਇਆ, 5 ਤੱਤਾਂ ਦੀ ਫਿਲੋਸਫੀ ਨੂੰ ਫੋਲੋ ਕਰਦੇ ਅਸੀਂ। ਠੀਕ ਹੈ, 5 ਤੱਤਾਂ ਦਾ ਬਣਿਆ ਹੋਇਆ ਔਰ ਹਰ ਤੱਤ ਨੇ ਆਪਣੇ 'ਚ ਵਾਪਸ ਚਲਾ ਜਾਣਾ। ਠੀਕ ਹੈ, ਅਤੇ ਆਕਾਸ਼, ਅਗਨੀ, ਵਾਯੂ, ਧਰਤੀ, ਅੱਗੇ ਪਤਾ ਨਹੀਂ ਗਗਨ, 5 ਤੱਤ ਮੈਨੂੰ ਭੁੱਲ ਗਏ। ਇਹ 5 ਤੱਤਾਂ ਦਾ ਬਣਿਆ ਹੋਇਆ। ਠੀਕ ਹੈ, ਅਤੇ 5 ਤੱਤਾਂ ਦੇ ਵਿੱਚ ਸਰੀਰ ਨੇ, ਅਸੀਂ ਜਦੋਂ ਉਹਦਾ ਅੰਤਿਮ ਸੰਸਕਾਰ ਕਰਦੇ ਹਾਂ, ਅਗਨੀ
ਕੋਲ ਅਗਨੀ ਕੋਲ ਸਾਡਾ ਸਰੀਰ ਦਾ ਜੇ ਇੱਕ ਹਿੱਸਾ ਅਗਨੀ ਕੋਲ ਚਲਾ ਜਾਂਦਾ, ਇੱਕ ਮਿੱਟੀ 'ਚ ਚਲਾ ਜਾਂਦਾ, ਇੱਕ ਹਵਾ 'ਚ ਚਲਾ ਜਾਂਦਾ, ਇੱਕ ਆਕਾਸ਼ 'ਚ ਚਲਾ ਜਾਂਦਾ, ਇੱਦਾਂ ਮਤਲਬ 5 ਤੱਤ ਪੂਰੇ ਹੋ ਗਏ। ਤਾਂ ਮੁਸਲਮਾਨਾਂ ਦੀ ਕੀ ਫਿਲਾਸਫੀ ਹੈ? ਮੁਸਲਮਾਨਾਂ ਦੀ ਅਲੱਗ ਫਿਲਾਸਫੀ ਹੈ, ਉਹ ਹੈਗੀ ਆ ਕਿਆਮਤ ਦਾ ਦਿਨ। ਠੀਕ ਹੈ, ਕਿਆਮਤ ਇਹ ਇੱਕ ਬਾਲੀਵੁੱਡ 'ਚ ਗਾਣਾ ਵੀ ਹੈ, ਕਿਆਮਤ ਆਏਗੀ, ਪਤਾ ਨਹੀਂ ਇੱਦਾਂ ਦਾ ਕੋਈ। ਕਿਆਮਤ ਦਾ ਦਿਨ, ਕਿਆਮਤ ਦਾ ਦਿਨ ਹੈ ਪਰਲੇ ਦਾ ਦਿਨ। ਪਰਲੇ ਦਾ ਦਿਨ ਹੈ ਲਾਸਟ ਡੇ ਆਫ ਅਰਥ। ਠੀਕ ਹੈ, ਜਦੋਂ ਸਭ ਕੁਝ ਖਤਮ ਹੋ ਜਾਣਾ, ਐਵਰੀਥਿੰਗ ਵਿਲ ਬੀ ਫਿਨਿਸ਼ਡ। ਉਹ ਕਹਿੰਦੇ ਆ ਕਿ ਜਿਹੜਾ ਇੱਕ ਮੁਸਲਮਾਨ ਆ, ਜਦੋਂ ਉਹਦੀ ਡੈਥ ਹੁੰਦੀ ਆ ਤੇ ਉਹ ਕਬਰ ਦੇ ਵਿੱਚ ਬੈਠ ਕੇ, ਕਬਰ ਦੇ ਵਿੱਚ ਪੈ ਕੇ ਉਹ ਕਿਆਮਤ ਦੇ ਦਿਨ ਦੀ ਵੇਟ ਕਰਦਾ। ਉਸ ਦਿਨ ਅੱਲਾ, ਪੈਗੰਬਰ ਮੁਹੰਮਦ ਉਹ ਆਉਣਗੇ, ਹਰ ਮੁਸਲਮਾਨ ਨੂੰ ਉਹਦੀ ਕਬਰ ਦੇ ਵਿੱਚੋਂ ਬਾਂਹ ਤੋਂ ਫੜ ਕੇ ਉਠਾਣ ਕੇ ਉਹਨੂੰ ਜੰਨਤ ਦੇ ਵਿੱਚ ਲੈ ਜਾਣਗੇ। ਇਹ ਉਹਨਾਂ ਦਾ ਬਲੀਫ ਸਿਸਟਮ ਆ, ਇਹੀ ਕ੍ਰੀਮੇਸ਼ਨ ਫਿਲੋਸਫੀ ਹੈ। ਤਾਂ ਕਿਆਮਤ ਦੇ ਦਿਨ ਤੱਕ ਜਿਹੜਾ ਇਸ ਮੁਸਲਮਾਨ ਆ ਉਹ ਆਪਣੀ ਕਬਰ ਦੇ ਵਿੱਚ ਪੈ ਕੇ ਉਸ ਕਿਆਮਤ ਦੇ ਦਿਨ ਦਾ ਵੇਟ ਕਰਦਾ, ਜਾਂ ਕਹਿ ਲਓ ਕਿਆਮਤ ਦੇ ਦਿਨ ਤੱਕ ਅੱਲਾ ਦਾ ਵੇਟ ਕਰਦਾ, ਆਪਣੇ ਪੈਗੰਬਰ ਦਾ ਵੇਟ ਕਰਦਾ, ਜਦੋਂ ਉਹਨਾਂ ਨੇ ਆ ਕੇ ਸਭ ਨੂੰ ਜੰਨਤ 'ਚ ਲੈ ਜਾਣਾ। ਅਤੇ ਦੈਟ ਇਜ਼ ਦ ਬਲੀਫ ਸਿਸਟਮ। ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਨਹੀਂ, ਇਹ ਤਾਂ ਸੋਚ ਹੀ ਗਲਤ ਹੈ। ਠੀਕ ਹੈ, ਉਹਨਾਂ ਨੇ ਅੱਗੇ ਕਿਹਾ ਕਿ ਇੱਕ ਬੰਦਾ ਦੀ ਡੈਥ ਹੋ ਗਈ ਔਰ ਉਹਨੂੰ ਅਸੀਂ ਇੱਕ ਕਬਰ 'ਚ ਦਫਨਾਤਾ, ਉਦੋਂ ਬਾਅਦ ਯੁੱਗ ਬਦਲੇ, ਜ਼ਮਾਨਾ ਬਦਲ ਗਿਆ, ਉੱਥੇ ਭੱਠਾ ਬਣ ਗਿਆ ਜਾਂ ਆਸ-ਪਾਸ ਕੋਈ ਭੱਠਾ ਬਣ ਗਿਆ। ਠੀਕ ਹੈ, ਜਾਂ ਕਹਿ ਲਓ ਕਿ ਕੋਈ ਆਇਆ, ਉਹਦੀ ਜਿਹੜਾ ਸਰੀਰ ਸੀ ਉਹ ਮਿੱਟੀ ਬਣ ਗਿਆ, ਮਿੱਟੀ ਹੋ ਕੇ ਮਿੱਟੀ 'ਚ ਮਿਕਸਅਪ ਹੋ ਗਿਆ, ਕਿਸੇ ਨੂੰ ਪਤਾ ਹੀ ਨਹੀਂ 500-700 ਸਾਲਾਂ ਬਾਅਦ ਕਿ ਇੱਥੇ ਕੋਈ ਮੁਸਲਮਾਨ ਦਫਨਾਇਆ ਹੋਇਆ ਸੀਗਾ। ਉਹਦੇ ਵਿੱਚੋਂ ਕੋਈ ਘੁਮਿਆਰ ਆਇਆ, ਉਹਨੇ ਮਿੱਟੀ ਕੱਢ ਕੇ ਉਹਦਾ ਭਾਂਡੇ ਬਣਾਤੇ, ਭਾਂਡੇ ਬਣਾ ਕੇ ਚੱਕ ਕੇ ਉਹਨੂੰ ਅੱਗ ਦੇ ਵਿੱਚ ਰੱਖ ਦਿੱਤਾ, ਜਿੱਥੇ ਉਹ ਮਤਲਬ ਕਿ ਉਹਨੂੰ ਭਾਂਡਿਆਂ ਨੂੰ ਪਕਾਇਆ ਜਾਂਦਾ। ਠੀਕ ਹੈ, ਗੁਰੂ ਨਾਨਕ ਦੇਵ ਜੀ ਨੇ ਸ਼ਲੋਕ ਦੇ ਵਿੱਚ ਲਿਖਿਆ, ਮਾਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ। ਮਤਲਬ ਮੁਸਲਮਾਨ ਦਫਨਾਇਆ ਗਿਆ ਔਰ ਕਈ ਸਦੀਆਂ ਲੰਘ ਗਈਆਂ, ਉਹਦੀ ਜਿਹੜੀ ਬਾਡੀ ਸੀ ਉਹ ਮਿੱਟੀ 'ਚ ਮਿਕਸਅਪ ਹੋ ਗਈ, ਪੂਰੀ ਬਾਡੀ ਮਿੱਟੀ ਹੀ ਬਣ ਗਈ। ਮੁਸਲਮਾਨ ਕੀ ਪੇੜੇ ਪਈ ਘੁਮਿਆਰ ਨੇ ਉਹ ਮਿੱਟੀ ਕੱਢੀ, ਉਹਨੂੰ ਪੇੜੇ 'ਚ ਪਾ ਕੇ ਉਹਦੇ ਭਾਂਡੇ ਬਣਾਤੇ। ਠੀਕ ਹੈ, ਅਤੇ ਉਹਦੀ ਇੱਟਾਂ ਬਣ ਗਈਆਂ। ਜਲਦੀ ਕਰੇ ਪੁਕਾਰ, ਮਤਲਬ ਜਦੋਂ ਉਹ ਜਲ ਰਹੀ ਹੈ ਅਤੇ ਉਹ ਪੁਕਾਰ ਕਰਦੀ ਹੈ? ਸਵਾਲ ਹੈ, ਕੀ ਉਹ ਪੁਕਾਰ ਕਰਦੀ ਹੈ? ਤਾਂ ਇਸ ਤਰੀਕੇ ਦੇ ਨਾਲ ਇਹ ਕ੍ਰੀਮੇਸ਼ਨ ਫਿਲਾਸਫੀ ਦੇ ਉੱਤੇ ਇੱਕ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 2 ਲਾਈਨਾਂ ਦੇ ਵਿੱਚ ਬਹੁਤ ਵੱਡੀ ਗੱਲ ਕਹੀ ਆ। ਇੱਦਾਂ ਹੀ ਕ੍ਰਿਸਚਨਸ ਦੀ ਆਪਣੀ ਕ੍ਰੀਮੇਸ਼ਨ ਫਿਲਾਸਫੀ ਹੈ। ਠੀਕ ਹੈ, ਜੈਨੀਆਂ ਦੀ ਆਪਣੀ ਕ੍ਰੀਮੇਸ਼ਨ ਫਿਲਾਸਫੀ ਹੈ, ਬੁੱਧਿਸਟ ਦੀ ਆਪਣੀ ਕ੍ਰੀਮੇਸ਼ਨ ਫਿਲਾਸਫੀ ਹੈ। ਇੱਕ ਮੈਨੂੰ ਗੱਲ ਯਾਦ ਆ ਗਈ, ਜਦੋਂ ਖੁਸ਼ਵੰਤ ਸਿੰਘ 99 ਸਾਲ ਦੀ ਉਮਰ ਸੀਗੀ, ਉਹਨੂੰ ਐਂ ਲੱਗਣ ਲੱਗ ਗਿਆ ਕਿ ਮੈਂ ਨਾ ਮਤਲਬ ਹੁਣ ਦੁਨੀਆ ਤੋਂ ਜਾਣਾ ਆ, ਅਤੇ ਉਹਨੇ ਬੜੇ ਉੱਥੇ ਦਰਬਾਰ ਲਾ ਲਿਆ। ਉਹ ਕਿ ਜਿਹੜਾ ਬੰਦਾ ਕਹਿੰਦਾ ਸੀ ਕਿ ਮੈਨੂੰ ਨਾ ਕਨਵਿੰਸ ਕਰੂੰਗਾ ਕਿ ਉਹਦੀ ਕ੍ਰੀਮੇਸ਼ਨ ਫਿਲਾਸਫੀ ਸਹੀ ਹੈ, ਮੇਰਾ ਉਹਦੀ ਹਿਸਾਬ ਦੇ ਨਾਲ ਹੀ ਅੰਤਿਮ ਸੰਸਕਾਰ ਜਿਹੜਾ ਆ ਉਹ ਹੋਊਗਾ। ਠੀਕ ਹੈ, ਉਹਨੇ ਸਿੱਖ ਵੀ ਬੁਲਾ ਲਏ, ਹਿੰਦੂ ਵੀ ਬੁਲਾ ਲਏ, ਬੋਧੀ ਬੁਲਾ ਲਏ, ਇੱਕ ਕਰਕੇ ਮਤਲਬ 15-15 20 ਦਿਨ ਡਿਸਕਸ਼ਨ ਕਰਦਾ ਰਿਹਾ, ਪਰ ਫਾਈਨਲੀ ਉਹ ਕਿਸੇ ਤੋਂ ਕਨਵਿੰਸ ਨਹੀਂ ਹੋਇਆ। ਸਾਰੀਆਂ ਕਹਿੰਦਾ ਸਾਰੀਆਂ ਫਿਲਾਸਫੀਆਂ ਗਲਤ ਆ, ਚਾਹੇ ਉਹ ਹਿੰਦੂਆਂ ਦੀ ਫਿਲਾਸਫੀ ਆ, ਚਾਹੇ ਉਹ ਸਿੱਖਾਂ ਦੀ ਫਿਲਾਸਫੀ ਆ, ਮੁਸਲਮਾਨਾਂ ਦੀ ਆ, ਕ੍ਰਿਸਚਨਸ ਦੀ ਆ, ਬੋਧੀਆਂ ਜੈਨੀਆਂ ਦੀ, ਪਾਰਸੀਆਂ ਪੁਰਸ਼ੀਆਂ ਦੀ, ਸਾਰਿਆਂ ਦੀ ਫਿਲਾਸਫੀ। ਉਹ ਕਹਿੰਦਾ ਇਹ ਐਵੇਂ ਗਲਤ ਜਿਹਾ ਸਿਸਟਮ ਤੁਸੀਂ ਬਣਾਇਆ ਹੋਇਆ, ਇਹਦੇ ਵਿੱਚ ਕਿਸੇ ਦੇ ਵਿੱਚ ਸੱਚਾਈ ਨਹੀਂ ਹੈਗੀ। ਠੀਕ ਹੈ, ਚਲੋ ਬਾਅਦ 'ਚ ਵੈਸੇ ਉਹਦੀ ਅੰਤਿਮ ਸੰਸਕਾਰ ਸਿੱਖ ਮਰਿਆਦਾ ਦੇ ਨਾਲ ਹੀ ਹੋਇਆ, ਮਤਲਬ ਉੱਦਾਂ ਹੀ ਜਿਵੇਂ ਸਿੱਖਾਂ ਦੇ ਵਿੱਚ ਹੁੰਦਾ ਉੱਦਾਂ ਹੀ ਹੋਇਆ। ਅਤੇ ਉਹਦਾ ਜਿਹੜਾ ਉਹ ਸੁਆਹ ਸੀ, ਉਹਦੀ ਜਦੋਂ ਅੰਤਿਮ ਸੰਸਕਾਰ ਹੋ ਗਿਆ, ਉਹ ਲਿਖ ਕੇ ਗਿਆ ਸੀਗਾ ਪਾਕਿਸਤਾਨ ਦੇ ਵਿੱਚ ਜਿਸ ਪਿੰਡ 'ਚੋਂ ਪ੍ਰਾਇਮਰੀ ਸਕੂਲ 'ਚੋਂ ਪੜ੍ਹਿਆ ਸੀਗਾ, ਉਸ ਪਿੰਡ ਦੇ ਸਕੂਲ ਦੇ ਵਿੱਚ ਜਾ ਕੇ ਇੱਕ ਛੋਟਾ ਜਿਹਾ ਮੀਨਾਰ ਬਣਾਇਆ ਗਿਆ ਸਕੂਲ ਦੇ ਵਿੱਚ, ਔਰ ਬਹੁਤ ਸਾਰਾ ਪੈਸਾ ਉਹ ਛੱਡ ਕੇ ਗਿਆ ਸਕੂਲ ਵਾਸਤੇ। ਅੱਗੇ ਗੱਲ ਕਰਦੇ ਹਾਂ, ਗੁਰੂ ਹਰਰਾਏ ਜੀ, ਉਹਨੂੰ ਗ੍ਰੀਨ ਗੁਰੂ ਕਿਹਾ ਜਾਂਦਾ, ਗ੍ਰੀਨ ਗੁਰੂ। ਕਈ ਵਾਰੀ ਸਵਾਲ ਇਹ ਬੜੇ ਐਗਜ਼ਾਮ ਦੇ ਵਿੱਚ ਮੈਂ ਪੜ੍ਹਿਆ ਕਿ ਇਹ ਗ੍ਰੀਨ ਗੁਰੂ, ਹੂ ਇਜ਼ ਨੋਨ ਐਜ਼ ਗ੍ਰੀਨ ਗੁਰੂ। ਕਈ ਵਾਰ ਲੋਕ ਹੈ ਨਾ ਕੋਈ ਗਲਤ ਗੁਰੂ ਇੱਦਾਂ ਕੋਈ ਗਲਤ ਆਨਸਰ ਦੇ ਦਿੰਦੇ ਆ, ਅਤੇ ਗੁਰੂ ਹਰਰਾਏ ਜੀ ਹੀ ਗ੍ਰੀਨ ਗੁਰੂ ਆ। ਇਹ ਗ੍ਰੀਨ ਗੁਰੂ ਕਿਉਂ ਕਹਿੰਦੇ ਆ ਇਹਨਾਂ ਨੂੰ? ਕਿਉਂਕਿ ਉਹਨਾਂ ਨੇ
ਇਨਵਾਇਰਮੈਂਟ ਦੇ ਵਾਸਤੇ ਕਈ ਕੰਮ ਕੀਤੇ। ਕੀਰਤਪੁਰ ਸਾਹਿਬ ਦੇ ਵਿੱਚ ਇੱਕ ਹਰਬਲ ਪਾਰਕ ਬਣਾਇਆ ਹੋਇਆ ਸੀ ਉਹਨਾਂ ਨੇ, ਔਰ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਜਿਹੜਾ ਉਹਨਾਂ ਦਾ ਹਰਬਲ ਪਾਰਕ ਸੀਗਾ ਉਹ ਇੰਨਾ ਫੇਮਸ ਸੀਗਾ, ਇੰਨੀਆਂ ਜੜੀਆਂ ਬੂਟੀਆਂ ਉੱਥੇ ਪੈਦਾ ਹੁੰਦੀਆਂ ਸੀਗੀਆਂ ਕਿ ਇੱਕ ਵਾਰ ਮੁਗਲ ਕਿੰਗ ਦਾ ਜਿਹੜਾ ਔਰੰਗਜ਼ੇਬ ਦਾ ਬ੍ਰਦਰ ਸੀ ਦਾਰਾ ਸ਼ਿਕੋ ਬਿਮਾਰ ਹੋ ਗਿਆ, ਠੀਕ ਹੈ। ਔਰੰਗਜ਼ੇਬ ਨੇ ਉਹ ਜੜੀਆਂ ਬੂਟੀਆਂ ਲੈਣ ਲਈ ਬੰਦਿਆਂ ਨੂੰ ਕੀਰਤਪੁਰ ਸਾਹਿਬ ਭੇਜਿਆ ਗੁਰੂ ਸਾਹਿਬ ਦੇ ਕੋਲ, ਕਿ ਉਹ ਮਤਲਬ ਉਹਦੇ ਵੈਦਾਂ ਨੇ ਦੱਸਿਆ ਹੋਣਾ ਨਾ ਕਿ ਆਹ ਜੜੀਆਂ ਬੂਟੀਆਂ ਚਾਹੀਦੀਆਂ, ਤਾਂ ਉਹਦੇ ਵੈਦਾਂ ਨੇ ਹੀ ਦੱਸਿਆ ਹੋਣਾ ਕਿ ਬਈ ਇਹ ਹਰ ਜਗ੍ਹਾ ਅਵੇਲੇਬਲ ਨਹੀਂ ਆ, ਉੱਥੇ ਜਾਓ ਉੱਥੋਂ ਮਿਲ ਜਾਣਗੀਆਂ। ਅਤੇ ਲੈ ਕੇ ਗਏ, ਉਹ ਦਾਰਾ ਸ਼ਿਕੋ ਦਾ ਇਲਾਜ ਹੋਇਆ। ਤਾਂ ਮਤਲਬ ਕਿ ਉਸ ਤੋਂ ਇਲਾਵਾ ਵੀ ਬਹੁਤ ਸਾਰੇ ਦਰਖਤ ਲਾਏ, ਪਲਾਂਟੇਸ਼ਨ ਕੀਤੀਆਂ, ਤਾਂ ਵੀ ਉਹਨਾਂ ਨੂੰ ਗ੍ਰੀਨ ਗੁਰੂ ਕਿਹਾ ਜਾਂਦਾ ਹੈ ਨਾ। ਔਰ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਅਗਲੇ ਗੁਰੂ ਸੀਗੇ ਉਹ ਸੀਗੇ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ, ਸ਼੍ਰੀ ਗੁਰੂ ਹਰਕ੍ਰਿਸ਼ਨ ਜੀ, ਠੀਕ ਹੈ। ਉਹ ਅਗਲੇ ਗੁਰੂ ਸੀਗੇ ਔਰ ਉਹਨਾਂ ਦੇ ਸਕਸੈਸਰ ਬਣੇ। ਇਹਨਾਂ ਦੇ ਦੋ ਬੇਟੇ ਸੀਗੇ ਨਾ, ਇੱਕ ਰਾਮ ਰਾਏ, ਇੱਕ ਹਰਕ੍ਰਿਸ਼ਨ ਜੀ। ਰਾਮ ਰਾਏ ਨੂੰ ਤਾਂ ਰਿਜੈਕਟ ਕਰਤਾ। ਹਰਕ੍ਰਿਸ਼ਨ ਜੀ ਬਹੁਤ ਛੋਟੇ ਸੀ, 5 ਸਾਲ ਦੀ ਉਮਰ ਸੀ। ਆਪਾਂ ਚਾਈਲਡ ਗੁਰੂ ਕਹਿੰਦੇ ਆ ਉਹਨਾਂ ਨੂੰ, ਹੈ ਨਾ। ਅਤੇ ਚਾਈਲਡ ਗੁਰੂ ਆਪਾਂ ਬਹੁਤ ਛੋਟੇ ਸੀ ਫਿਰ, ਪਰ ਉਹਨਾਂ ਕੋਲੇ ਗੁਰੂ ਸਾਹਿਬ ਦੇ ਕੋਲੇ ਕੋਈ ਹੋਰ ਆਪਸ਼ਨ ਨਹੀਂ ਸੀਗਾ। ਇੱਕ ਬੜੇ ਬੇਟੇ ਨੂੰ ਰਿਜੈਕਟ ਕਰਤਾ ਕਿ ਉਹ ਤਾਂ ਬਣ ਨਹੀਂ ਸਕਦਾ ਗੁਰੂ ਗੱਦੀ 'ਤੇ ਬੈਠ ਨਹੀਂ ਸਕਦਾ, ਕਿਉਂਕਿ ਉਹਨੇ ਉਹ ਸਲੋਕ ਦੀ ਐਕਸਪਲੇਨੇਸ਼ਨ ਬੜੇ ਗਲਤ ਤਰੀਕੇ ਨਾਲ ਕਰਤੀ। ਤਾਂ ਫਿਰ ਹਰਕ੍ਰਿਸ਼ਨ ਨੂੰ, ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਨੂੰ ਉਹ ਆਪਣੀ ਗੁਰਗੱਦੀ ਦੇ ਕੇ ਫਿਰ ਗਏ ਉਹ। ਹੁਣ ਆਪਾਂ ਕਰਦੇ ਹਾਂ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ। ਇਹ 1661 ਤੋਂ ਲੈ ਕੇ 1664 4 ਸਾਲ ਗੁਰਗੱਦੀ 'ਤੇ ਰਹੇ। ਚਾਈਲਡ ਗੁਰੂ ਸੀ, ਛੋਟੇ ਬੱਚੇ ਸੀਗੇ, ਠੀਕ ਹੈ। ਲਾਈਫ ਐਂਡ ਕੰਟਰੀਬਿਊਸ਼ਨ ਦੀ ਗੱਲ ਕਰਦੇ ਹਾਂ। 7 ਜੁਲਾਈ 1656 ਨੂੰ ਕੀਰਤਪੁਰ ਸਾਹਿਬ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀਗਾ। 7 ਜੁਲਾਈ 1656 1656 ਔਰ ਗੁਰਗੱਦੀ 'ਤੇ ਸਿਰਫ 5 ਸਾਲ ਦੀ ਉਮਰ ਦੇ ਵਿੱਚ ਹੀ ਇਹ ਗੁਰਗੱਦੀ 'ਤੇ ਬਹਿ ਗਏ। ਅਤੇ 5 ਸਾਲ ਦੀ ਉਮਰ 'ਚ ਗੁਰਗੱਦੀ 'ਤੇ ਬੈਠੇ ਇਹ। ਔਰ ਇਹਨਾਂ ਦੇ ਪਿਤਾ ਜੀ ਦਾ ਨਾਮ ਸੀ ਹਰ ਰਾਏ ਜੀ, ਮਾਤਾ ਜੀ ਦਾ ਨਾਮ ਸੀ ਮਾਤਾ ਸੁਲੱਖਣੀ ਜੀ। ਔਰ ਇਹਦੇ ਬਾਰੇ 'ਚ ਦੋ ਤਿੰਨ ਗੱਲਾਂ ਇੰਪੋਰਟੈਂਟ ਹੈਗੀਆਂ। ਇੱਕ ਤਾਂ ਹੈਗੀ ਮੀਟਿੰਗ ਵਿਦ ਔਰੰਗਜ਼ੇਬ ਦੇ ਨਾਲ ਮੁਲਾਕਾਤ ਹੋਈ ਸੀ। ਇਹ ਵੀ ਕਿਹਾ ਜਾਂਦਾ ਕਿ ਔਰੰਗਜ਼ੇਬ ਨੇ ਬੁਲਾਇਆ ਸੀਗਾ, ਅਤੇ ਕਹਿੰਦੇ ਸੀ ਕਿ ਔਰੰਗਜ਼ੇਬ ਦੇਖਣਾ ਚਾਹੁੰਦਾ ਕਿ ਇੰਨਾ ਛੋਟਾ ਬੱਚਾ ਗੁਰਗੱਦੀ 'ਤੇ ਬੈਠ ਸਕਦਾ। ਅਤੇ ਇਹ ਵੀ ਅੱਗੇ ਐਕਸਪਲੇਨੇਸ਼ਨ ਮਤਲਬ ਕਿਹਾ ਜਾਂਦਾ ਕਿ ਜਦੋਂ ਔਰੰਗਜ਼ੇਬ ਥੋੜ੍ਹੀ ਦੇਰ ਲਈ ਇਹਨਾਂ ਨੂੰ ਮਿਲਿਆ ਹਰਕ੍ਰਿਸ਼ਨ ਜੀ ਨੂੰ, ਅਤੇ ਕਨਵਿੰਸ ਹੋ ਗਿਆ, ਕਹਿੰਦਾ ਨਹੀਂ ਠੀਕ ਹੈ। ਅਤੇ ਇਹ ਨਾ ਉੱਥੇ ਜਾ ਕੇ ਜਦੋਂ ਦਿੱਲੀ ਗਏ ਅਤੇ ਕਈ ਵਾਰ ਸਵਾਲ ਉੱਠਦਾ, ਜੈਰਾਮ ਨਾਂ ਦਾ ਬੰਦਾ ਸੀਗਾ ਜਿਹਦੇ ਘਰ ਇਹ ਰੁਕੇ। ਜੈਰਾਮ ਨਾਮ ਦੇ ਬੰਦੇ ਦੇ ਘਰ ਇਹਨਾਂ ਨੇ ਸਟੇ ਕੀਤਾ, ਇਹ ਰੁਕ ਗਏ, ਠੀਕ, ਮਤਲਬ ਉੱਥੇ ਰੁਕੇ, ਇਹ ਉੱਥੇ ਹੀ ਰਹੇ ਬਹੁਤ ਦਿਨ। ਤਾਂ ਉਸ ਤੋਂ ਬਾਅਦ ਇੱਕ ਇੰਪੋਰਟੈਂਟ ਦੂਸਰਾ ਇੰਸੀਡੈਂਟ ਹੈਗਾ ਇਹਨਾਂ ਦੀ ਲਾਈਫ ਦਾ। ਪਹਿਲਾ ਤਾਂ ਮੀਟਿੰਗ ਵਿਦ ਔਰੰਗਜ਼ੇਬ ਆ, ਦੂਸਰਾ ਰਾਣੀ ਇੰਸੀਡੈਂਟ ਕਰਕੇ ਇੱਕ ਇਹ ਹੋਰ ਇੰਪੋਰਟੈਂਟ ਚੀਜ਼ ਹੈ, ਰਾਣੀ ਇੰਸੀਡੈਂਟ। ਕਹਿੰਦੇ ਆ ਕਿ ਜਿਹੜੀ ਔਰੰਗਜ਼ੇਬ ਦੀ ਜਿਹੜੀ ਵਾਈਫ ਸੀ ਉਹ ਵੀ ਇਹ ਦੇਖਣਾ ਚਾਹੁੰਦੀ ਸੀ ਕਿ ਛੋਟਾ ਬੱਚਾ 5 ਸਾਲ ਦਾ ਬੱਚਾ ਕੀ ਗੁਰਗੱਦੀ 'ਤੇ ਬੈਠ ਸਕਦਾ, ਬੈਠੂਗਾ। ਤਾਂ ਇੱਦਾਂ ਇਹ ਜੈਰਾਮ ਦੇ ਘਰੇ ਉੱਥੇ ਪਹੁੰਚੇ ਤਾਂ ਉੱਥੇ ਨਾ 500 ਦਾਸੀਆਂ ਸਰਵੈਂਟਸ ਉਹ ਐਂਟਰ ਕਰ ਗਈਆਂ। ਅਤੇ ਜਿਹੜੀ ਪਟਰਾਣੀ ਸੀ ਔਰੰਗਜ਼ੇਬ ਦੀ ਵਾਈਫ ਸੀ, ਉਹਨੇ ਵੀ ਦਾਸੀਆਂ ਵਾਲੇ ਕੱਪੜੇ ਪਾਏ ਹੋਏ ਸੀਗੇ, ਠੀਕ ਹੈ। ਉਹਨੇ ਵੀ ਦਾਸੀਆਂ ਵਾਲੇ ਹੀ ਕੱਪੜੇ ਪਾਏ ਹੋਏ ਸੀਗੇ। ਤਾਂ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਨੇ ਉਹਨਾਂ ਨੂੰ ਕੋਲ ਜਾ ਕੇ ਕਿਹਾ ਕਿ ਬਈ ਤੈਨੂੰ ਰੱਬ ਨੇ, ਪਰਮਾਤਮਾ ਨੇ ਪਟਰਾਣੀ ਬਣਾਇਆ, ਪਰ ਤੂੰ ਦਾਸੀਆਂ ਵਾਲੇ ਕੱਪੜੇ ਪਾ ਕੇ ਘੁੰਮ ਰਹੀ ਹੈ। ਤੈਨੂੰ ਦਾਸੀਆਂ ਵਾਲੇ ਕੱਪੜੇ ਕਿਉਂ ਪਾਏ ਆ? ਪਟਰਾਣੀ ਤੈਨੂੰ ਬਣਾਇਆ। ਔਰ ਇਹ ਪਹਿਲੀ ਮੁਲਾਕਾਤ ਸੀ। ਉਸ ਤੋਂ ਪਹਿਲਾਂ ਹਰਕ੍ਰਿਸ਼ਨ ਜੀ ਨੇ ਉਹਨਾਂ ਨੂੰ ਦੇਖਿਆ ਨਹੀਂ ਸੀ, ਮਿਲੇ ਨਹੀਂ ਸੀਗੇ। ਉਹਨਾਂ ਨੇ ਪਹਿਲੀ ਨਜ਼ਰੇ ਉਹਨੂੰ ਪਛਾਣ ਲਿਆ। ਅਤੇ ਇਸ ਤਰੀਕੇ ਦੇ ਨਾਲ ਜਿਹੜੀ ਉਹਨਾਂ ਦੀ ਮਿਸਿਸ ਸੀਗੀ, ਔਰੰਗਜ਼ੇਬ ਦੀ ਘਰ ਵਾਲੀ ਸੀਗੀ, ਪਟਰਾਣੀ ਸੀ, ਉਹ ਵੀ ਕਨਵਿੰਸ ਹੋ ਗਈ ਕਿ ਬਈ ਇਹ ਬੱਚਾ ਜਿਹੜਾ ਹੈ, ਚਾਹੇ ਇਹਦੀ ਉਮਰ 5 ਸਾਲ ਹੈ,
पर गुरु गद्दी ते बैठण दे योग आ। फिर दिल्ली दे विच रहिंदे होए चिकन पॉक्स प्लेग की बीमारी फैल गई, प्लेग की बीमारी फैल गई, लोग मरन लग गए। गुरु साहब नूं चिकन पॉक्स की प्रॉब्लम आ गई, एक बीमारी लग गई ये भी, ठीक है। जदों वो अपनी डैथ बैड ते बैठे सी सो तो उन्होंने पूछा गया कि अगर तुसी चले जाते हो दुनिया तो अगला गुरु कौन होएगा, तो उन्होंने शब्द बोलिया बाबा बकाला, बाबा बकाला, ठीक है। मतलब ਇਹਦਾ ਕੀ ਸੀਗਾ, मतलब ਇਹਦਾ ਇਹ ਆ कि अगले गुरु साहब बाबे बकाले च, मतलब बाबा बकाला जाओ उत्थे तैनूं अगले गुरु साहब मिल जाणगे। तो जिथे जिथे इन्हां दी डैथ हुई उत्थे गुरुद्वारा बनया, गुरुद्वारा रकाबगंज। रकाबगंज अज भी वो बहुत फेमस, दुनिया का फेमस गुरुद्वारा है, गुरुद्वारा ओ सॉरी वेरी सॉरी गुरुद्वारा रकाबगंज नहीं है, गुरुद्वारा बंगला साहब आ। गुरुद्वारा बंगला साहब ये हटा दें। गुरुद्वारा बंगला साहब वो उस जगह ते जिथे इन्हां दी डैथ हुई सी उस जगह ते गुरुद्वारा बंगला साहब बनया होया। तो इदां एक मतलब कि मान्यता है कि गुरु साहब ने शायद की सारी जी बीमारी सी वो अपने उपर लै ली सी, तो वो करके उन्होंने डैथ हो गई। चलो अगे आप नैक्सट गुरु करते हैं, गुरु तेग बहादुर जी। गुरु तेग बहादुर जी ये जिहड़ियां फोटो है ये विकीपीडिया च कड्ढियां हुई फोटो हैं। गुरु तेग बहादुर जी 1664 ਦੇ ਵਿੱਚ गुरु गद्दी ते बैठे। 1675 ਜਦੋਂ ਉਹਨਾਂ ਦੀ ਸ਼ਹਾਦਤ ਹੋਈ ਉਦੋਂ तक ਉਹ गुरु गद्दी ਤੇ ਰਹੇ। ਉਸ ਤੋਂ ਬਾਅਦ श्री गुरु गोबिंद सिंह जी ने टेक ओवर किया। ਉਹਨਾਂ ਦੀ लाइफ की गल करिए, लाइफ एंड कंट्रीब्यूशन, सब तो पहला अप्रैल 1621 ਦੇ ਵਿੱਚ ਉਹਨਾਂ ਦਾ जन्म होया ਅੰਮ੍ਰਿਤਸਰ ਦੇ ਵਿੱਚ। ਅੰਮ੍ਰਿਤਸਰ 'ਚ ਉਹਨਾਂ ਦਾ ਜਨਮ ਹੋਇਆ। ਪਹਿਲਾ ਨਾਮ ਉਹਨਾਂ ਦਾ ਜਿਹੜਾ ਸੀਗਾ ਉਹ ਸੀ ਤਿਆਗਮੱਲ ਔਰ ਬਾਅਦ 'ਚ ਗੁਰੂ ਤੇਗ ਬਹਾਦਰ ਜੀ ਬਣੇ। ਉਹਨਾਂ ਦੇ ਪਿਤਾ ਜੀ ਦਾ ਨਾਮ ਸੀ ਗੁਰੂ ਹਰਗੋਬਿੰਦ ਜੀ, ਮਾਤਾ ਜੀ ਦਾ ਨਾਮ ਸੀ ਮਾਤਾ ਨਾਨਕੀ ਜੀ, ਬੀਬੀ ਨਾਨਕੀ ਜੀ। ਵਾਈਫ ਸੀਗੇ ਮਾਤਾ ਗੁਜਰੀ ਜੀ। ਬੇਟਾ ਇੱਕ ਉਹਨਾਂ ਦਾ ਬੇਟਾ ਸੀ ਗੁਰੂ ਹਰਗੋਬਿੰਦ ਜੀ ਜਾਂ ਗੋਬਿੰਦ ਰਾਏ। ਗੋਬਿੰਦ ਰਾਏ ਉਹਨਾਂ ਦਾ ਨਾਮ ਸੀ। ਉਹ ਖਾਲਸਾ ਪੰਥ ਤੋਂ ਬਾਅਦ ਉਹ ਗੋਬਿੰਦ ਸਿੰਘ ਜੀ ਹੋ ਗਏ। ਅਤੇ ਉਹਨਾਂ ਨੂੰ ਲੱਭਣ ਦੀ ਜਿਹੜੀ ਘਟਨਾ ਆ ਮੱਖਣ ਸ਼ਾਹ ਲਬਾਣਾ ਦੇ ਥਰੂ ਹੁੰਦੀ ਹੈ। ਜਿਵੇਂ ਬੜੀ ਫੇਮਸ ਇੱਕ ਕਹਾਣੀ ਹੈਗੀ ਹੈ, ਮਤਲਬ ਸਟੋਰੀ, ਇਹ ਸਟੋਰੀ ਅਸਲ ਸਟੋਰੀ ਹੈ। ਕਹਿੰਦੇ ਕਿ ਮੱਖਣ ਸ਼ਾਹ ਲਬਾਣਾ ਇੱਕ ਟਰੇਡਰ ਸੀਗਾ, ਇੱਕ ਵਪਾਰੀ ਸੀਗਾ। ਉਹ ਉੱਧਰ ਮਿਡਲ ਈਸਟ ਤੋਂ ਅਰੇਬੀਅਨ ਸੀ ਦੇ ਥਰੂ ਇੱਕ ਆਪਣਾ ਜਹਾਜ਼ ਜਿਹੜਾ ਉਹ ਸਮਾਨ ਦਾ ਭਰਿਆ ਹੋਇਆ ਲੈ ਕੇ ਆ ਰਿਹਾ ਸੀਗਾ। ਰਸਤੇ ਦੇ ਵਿੱਚ ਤੂਫਾਨ ਆਇਆ। ਉਹਨੂੰ ਨਹੀਂ ਪਤਾ ਸੀਗਾ ਕਿ ਗੁਰੂ ਸਾਹਿਬ ਜਾ ਚੁੱਕੇ ਆ। ਉਹ ਸ਼ਾਇਦ ਗੁਰੂ ਹਰਗੋਬਿੰਦ ਜੀ ਦਾ ਜਾਂ ਗੁਰੂ ਹਰਰਾਏ ਜੀ ਦਾ ਭਗਤ ਸੀਗਾ। ਉਹਨੇ ਮਤਲਬ ਕਿ ਪ੍ਰੇਅਰ ਕੀਤੀ, ਅਰਦਾਸ ਕੀਤੀ ਕਿ ਜੇ ਮੇਰਾ ਜਿਹੜਾ ਜਹਾਜ਼ ਆ ਸੁੱਖ ਸਖੀਲੀ ਦੇ ਨਾਲ ਕੰਢੇ 'ਤੇ ਪਹੁੰਚ ਜਾਵੇ ਤਾਂ ਮੈਂ 500 ਜਿਹੜੀਆਂ ਮੋਹਰਾਂ ਆ ਸੋਨੇ ਦੀਆਂ ਮੋਹਰਾਂ ਦਾਨ ਕਰੂੰਗਾ, ਠੀਕ ਹੈ। ਪਰ ਜਦੋਂ ਉਹ ਜਹਾਜ਼ ਲੈ ਕੇ ਪਹੁੰਚਿਆ ਇੱਥੇ ਪੰਜਾਬ ਪਹੁੰਚਿਆ ਤਾਂ ਉਹਨੂੰ ਪਤਾ ਚੱਲਿਆ ਕਿ ਗੁਰੂ ਹਰਗੋਬਿੰਦ ਜੀ ਵੀ ਜਾ ਚੁੱਕੇ ਆ, ਗੁਰੂ ਹਰਰਾਏ ਜੀ ਵੀ ਜਾ ਚੁੱਕੇ ਆ। ਉਸ ਤੋਂ ਬਾਅਦ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਉਹ ਵੀ ਜਾ ਚੁੱਕੇ ਆ। ਪਰ ਉਹਨਾਂ ਨੇ ਇਹ ਬੋਲਿਆ ਕਿ ਲਾਸਟ ਜਿਹੜੇ ਸ਼ਬਦ ਬੋਲਿਆ ਬਾਬਾ ਬਕਾਲਾ, ਜਿਹਦਾ ਮਤਲਬ ਸੀ ਕਿ ਨੈਕਸਟ ਗੁਰੂ ਬਾਬਾ ਬਕਾਲਾ 'ਚ। ਬਾਬਾ ਬਕਾਲਾ ਦੇ ਵਿੱਚ 22 ਮੰਜੀਦਾਰ ਜਿਹੜੇ ਸੀਗੇ, ਮੰਜੀਦਾਰ ਮੰਜੀ ਪ੍ਰਥਾ ਵਾਲੇ ਬੰਦੇ
ਇਹ ਸਾਰੇ ਹੀ ਉੱਥੇ ਗੁਰੂ ਬਣ ਕੇ ਬੈਠੇ ਹੋਏ ਸੀਗੇ। ਇਸ ਤੋਂ ਇਲਾਵਾ ਕੁਛ ਹੋਰ ਲੋਕ ਵੀ ਬੈਠੇ ਸੀ, ਗੁਰੂ ਜਿਹੜੇ ਕਿ ਆਪਣੇ ਆਪ ਨੂੰ ਕਲੇਮ ਕਰ ਰਹੇ ਸੀਗੇ ਕਿ ਬਾਬਾ ਬਕਾਲਾ ਦੇ ਵਿੱਚ ਮੈਂ ਆ ਅਤੇ ਹਰਿਕ੍ਰਿਸ਼ਨ ਜੀ ਮੇਰੇ ਬਾਰੇ 'ਚ ਬੋਲ ਕੇ ਗਏ ਆ। ਕਿਉਂਕਿ ਹਰਿਕ੍ਰਿਸ਼ਨ ਜੀ ਨੇ ਕੋਈ ਨਾਮ ਨਹੀਂ ਲਿਆ ਸੀਗਾ ਨਾ, ਤਾਂ ਉਹਨਾਂ ਨੇ ਬਾਬਾ ਬਕਾਲਾ ਹੀ ਬੋਲਿਆ ਸੀ। ਬਾਬਾ ਬਕਾਲਾ ਜੀ ਸਾਰੇ ਮੰਜੀਦਾਰ ਇਕੱਠੇ ਹੋ ਗਏ, ਮੰਜੀਦਾਰ ਵੀ ਇਕੱਠੇ ਹੋ ਗਏ, ਮਸੰਦ ਵੀ ਇਕੱਠੇ ਹੋ ਗਏ, ਕੁਛ ਹੋਰ ਲੋਕ ਵੀ ਇਕੱਠੇ ਹੋ ਗਏ। ਸਾਰੇ ਨੇ ਆਪਣੇ ਆਪ ਨੂੰ ਗੁਰੂ ਡਿਕਲੇਅਰ ਕਰ ਦਿੱਤਾ ਔਰ ਇੱਕ ਕਨਫਿਊਜ਼ਨ ਵਾਲੀ ਸਿਚੁਏਸ਼ਨ ਜਿਹੜੀ ਆ ਉਹ ਪੈਦਾ ਹੋ ਗਈ। ਔਰ ਗੁਰੂ ਜਿਹੜੇ ਕਿਸੇ ਨੂੰ ਸਮਝ ਨਹੀਂ ਲੱਗ ਰਹੀ ਸੀ, ਪਰ ਜਦੋਂ ਉੱਥੇ ਮੱਖਣ ਸ਼ਾਹ ਲੁਬਾਣਾ ਪਹੁੰਚਿਆ, ਉਹਨੇ ਜਾ ਕੇ ਇਹ ਗੱਲ ਨਹੀਂ ਦੱਸੀ ਕਿ ਮੈਂ 500 ਮੋਹਰਾਂ ਸੁੱਖੀਆਂ ਹੋਈਆਂ, ਪਰ ਉਹਨੇ ਇਹ ਦੱਸਿਆ ਕਿ ਮੇਰੇ ਕੋਲ ਇੱਕ ਟੈਕਨੀਕ ਹੈਗੀ ਹੈ ਜਿਹਦੇ ਨਾਲ ਆਪਾਂ ਅਸਲੀ ਗੁਰੂ ਨੂੰ ਲੱਭ ਸਕਦੇ ਹਾਂ। ਠੀਕ ਹੈ, ਅਤੇ ਉਹਨੇ ਕੀ ਕੀਤਾ, ਜਿੰਨੇ ਆਪਣੇ ਆਪ ਨੂੰ ਕਹਿੰਦੇ ਸੀ ਕਿ ਮੈਂ ਅਸਲੀ ਗੁਰੂ ਹਾਂ, ਸਭ ਦੇ ਮੋਹਰੇ ਉਹਨਾਂ ਨੇ 5 ਮੋਹਰਾਂ, ਓਨਲੀ 5 ਮੋਹਰਾਂ ਰੱਖ ਕੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ। ਅਤੇ ਉਹਨਾਂ ਨੇ ਦੱਸਿਆ ਕਿ ਬਈ ਇੱਦਾਂ ਕਰਕੇ ਮੇਰਾ ਜਹਾਜ਼ ਫਸ ਗਿਆ ਸੀਗਾ ਅਤੇ ਮੈਂ ਇੱਦਾਂ ਸੁੱਖਣਾ ਸੁੱਖੀ ਸੀ ਅਤੇ ਮੇਰੀ ਸੁੱਖਣਾ ਪੂਰੀ ਹੋ ਗਈ, ਮੇਰਾ ਜਹਾਜ਼ ਬਚ ਗਿਆ ਅਤੇ ਆਪਣੀਆਂ 5 ਮੋਹਰਾਂ ਲਾਓ। ਹਰ ਬੰਦੇ ਨੂੰ 5 ਮੋਹਰਾਂ ਮਿਲਣੀਆਂ ਸ਼ੁਰੂ ਹੋ ਗਈਆਂ ਅਤੇ ਕਾਫੀ ਦੇਰ 22 ਮੰਜੀਆਂ ਵਾਲੇ ਸਾਰੇ ਬੰਦੇ ਪੂਰੇ ਹੋ ਗਏ। ਫਿਰ ਉਹਨਾਂ ਨੇ ਕਿਸੇ ਨੇ ਪੁੱਛਿਆ ਕਿ ਭਾਈ ਸਾਹਿਬ ਹੋਰ ਕੋਈ ਜਿਹਨੂੰ ਆਪਾਂ ਦੇ ਸਕਦੇ ਹੋ? ਕਹਿੰਦੇ ਜੀ ਇੱਕ ਤੇਗ ਬਹਾਦਰ ਜੀ ਹੈਗੇ ਆ ਜਾਂ ਤਿਆਗਮਲ, ਉਹ ਵੀ ਆਪਣੀ ਗੁਫਾ ਆਪਣੀ ਭੋਰੇ ਦੇ ਵਿੱਚ ਬੈਠ ਕੇ ਭਗਤੀ ਕਰ ਰਹੇ, ਤੁਸੀਂ ਉੱਥੇ ਚਲੇ ਜਾਓ। ਠੀਕ ਹੈ, ਤਾਂ ਉੱਥੇ ਜਾ ਕੇ ਵੀ ਉਹਨੇ ਜਦੋਂ 5 ਮੋਹਰਾਂ ਰੱਖੀਆਂ ਅਤੇ ਗੁਰੂ ਤੇਗ ਬਹਾਦਰ ਜੀ ਨੇ ਉਹਦੇ ਕੋਲੋਂ ਬਾਕੀ ਮੋਹਰਾਂ ਪੁੱਛ ਲਈਆਂ। ਉਹਦੀ ਟੈਕਨੀਕ ਇਹੀ ਸੀ ਕਿ ਜਿਹੜਾ ਅਸਲੀ ਹੋਊਗਾ ਉਹ ਕਹਿ ਦੂੰਗਾ ਕਿ ਵੀ ਮੈਨੂੰ 500 ਮੋਹਰਾਂ ਤੁਸੀਂ ਸੁੱਖੀਆਂ ਸੀਗੀਆਂ ਅਤੇ 5 ਮੋਹਰਾਂ ਕਿਉਂ ਦੇ ਰਹੇ ਹੋ? ਬਾਕੀ ਤਾਂ ਅਸਲੀ ਨਹੀਂ ਸੀ, ਕਿਸੇ ਨੂੰ ਪਤਾ ਹੀ ਨਹੀਂ ਸੀ ਇਸ ਗੱਲ ਦਾ, ਪਰ ਗੁਰੂ ਤੇਗ ਬਹਾਦਰ ਜੀ ਨੇ ਇਹ ਬਾਕੀ ਮੋਹਰਾਂ ਮੰਗ ਲਈਆਂ। ਉਹਨਾਂ ਨੂੰ ਕਹਿ ਦਿੱਤਾ ਕਿ ਬਈ ਦੇਖ, ਮੇਰੇ ਤਾਂ ਮੋਢੇ ਜਿਹੜੇ ਆ ਉਹ ਵੀ ਦਰਦ ਕਰਦੇ ਆ ਤੇਰਾ ਜਹਾਜ਼ ਬਚਾਉਂਦੇ ਹੋਏ, ਤੂੰ ਬਾਕੀ ਜਿਹੜੀਆਂ ਮੋਹਰਾਂ ਆ ਮੈਨੂੰ ਦੇ 495 ਮੋਹਰਾਂ ਪਲੱਸ ਕਪੜਾ ਨਾ ਕਰ। ਠੀਕ ਹੈ, ਅਤੇ ਜਿੱਦਾਂ ਹੀ ਉਹਨੇ ਉਹ ਸ਼ਬਦ ਸੁਣੇ ਅਤੇ ਉਹ ਭੱਜਿਆ ਬਾਹਰ, ਉੱਪਰ ਚੜ੍ਹ ਕੇ ਕੋਠੇ 'ਤੇ ਰੌਲਾ ਪਾਉਣ ਲੱਗ ਗਿਆ, ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ। ਇਸ ਤਰੀਕੇ ਦੇ ਨਾਲ ਨੈਕਸਟ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਡੈਜ਼ਿਗਨੇਟ ਹੋ ਗਏ। ਉਸ ਤੋਂ ਬਾਅਦ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ 115 ਸ਼ਲੋਕ ਲਿਖੇ। ਕਈ ਵਾਰ ਇਹ ਸਵਾਲ ਪੁੱਛਿਆ ਗਿਆ ਕਈ ਐਗਜ਼ਾਮਸ ਦੇ ਵਿੱਚ, ਗੁਰੂ ਤੇਗ ਬਹਾਦਰ ਜੀ ਦੇ ਕਿੰਨੇ ਸ਼ਲੋਕ ਆ? 115। ਇਹ ਗੁਰੂ ਗੋਬਿੰਦ ਸਿੰਘ ਜੀ ਨੇ ਬਾਅਦ 'ਚ ਆਦਿ ਗ੍ਰੰਥ ਦੇ ਵਿੱਚ ਐਡ ਕੀਤੇ, ਦਰਜ ਕਰਵਾਏ ਗਏ ਔਰ ਮਤਲਬ ਬਾਅਦ 'ਚ ਆਦਿ ਗ੍ਰੰਥ ਗੁਰੂ ਗ੍ਰੰਥ ਸਾਹਿਬ ਬਣ ਗਿਆ। ਠੀਕ ਹੈ, ਔਰ ਉਹਨਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ। ਅੱਗੇ ਆਪਾਂ ਸ਼ਹਾਦਤ ਦਾ ਟੌਪਿਕ ਕਵਰ ਅਪ ਕਰਾਂਗੇ, ਉਹਦੇ ਵਿੱਚ ਉਹਨਾਂ ਦੀ ਸ਼ਹਾਦਤ ਹੋਈ। ਦੁਨੀਆ 'ਚ ਸ਼ਾਇਦ ਇਹ ਕੋਈ ਐਸੀ ਐਗਜ਼ਾਮਪਲ ਹੋਏਗੀ ਕਿ ਕਿਸੇ ਇੱਕ ਮਹਾਂਪੁਰਸ਼ ਨੇ ਕਿਸੇ ਦੂਸਰੇ ਧਰਮ, ਆਪਣੇ ਧਰਮ ਵਾਸਤੇ ਜਾਨ ਦਿੱਤੀ। ਇੱਦਾਂ ਦੀਆਂ ਐਗਜ਼ਾਮਪਲਾਂ ਤਾਂ ਬਹੁਤ ਆ, ਕਿਸੇ ਦੂਸਰੇ ਧਰਮ ਵਾਸਤੇ ਜਾਨ ਦਿੱਤੀ, ਇਹਦੀ ਸ਼ਾਇਦ ਇੱਕੋ ਇੱਕ ਐਗਜ਼ਾਮਪਲ ਹੈ। ਤਾਂ ਇਸ ਕਰਕੇ ਉਹਨਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ। ਆਪਾਂ ਗੱਲ ਕਰਦੇ ਹਾਂ ਮਾਰਟਰਡਮ ਦੀ, ਉਹਨਾਂ ਦੀ ਸ਼ਹਾਦਤ ਦੀ। ਉਹਨਾਂ ਦੀ ਜਿਹੜੀ ਸ਼ਹਾਦਤ ਸੀਗੀ ਉਹ ਹੋਈ ਸੀ 16 ਜੂਨ 1675। ਨਹੀਂ, 11 ਨਵੰਬਰ 1675 ਹੈ ਨਾ, ਨਵੰਬਰ 11 1675। ਮਾਰਟਰਡਮ ਆਫ ਸ਼੍ਰੀ ਗੁਰੂ ਤੇਗ ਬਹਾਦਰ ਜੀ। ਆਪਾਂ ਗੱਲ ਕਰਦੇ ਹਾਂ ਕਾਜ਼ਸ ਦੀ, ਕਾਰਨ ਕੀ ਸੀਗੇ। ਜਿਵੇਂ ਆਪਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਟਾਈਮ 'ਚ ਵੀ ਗੱਲ ਕੀਤੀ ਸੀਗੀ ਕਿ ਪਹਿਲਾਂ ਇੱਕ ਡਿਬੇਟ ਹੈਗੀ ਆ। ਡਿਬੇਟ ਦੇ ਵਿੱਚ 2 ਟਾਈਪ ਦੀ ਡਿਬੇਟ ਆ। ਉਹ ਡਿਬੇਟ, ਉਹ ਕਾਜ਼ਸ ਇੱਥੇ ਵੀ ਲਾਗੂ ਹੁੰਦਾ। ਪਹਿਲੀ ਡਿਬੇਟ ਆ, ਮਤਲਬ ਉਹਦਾ 2 ਆਸਪੈਕਟ ਹੈਗੇ। ਪਹਿਲਾ ਆਸਪੈਕਟ ਹੈ ਕਿ ਫਨੈਟਿਕ ਨੇਚਰ, ਠੀਕ ਹੈ, ਆਫ ਮੁਗਲ ਕਿੰਗਸ। ਦੂਸਰਾ ਹੈਗਾ ਇਸ਼ੂ ਆਫ ਸਟੇਟ ਵਿਦਿਨ ਸਟੇਟ, ਸਟੇਟ ਵਿਦਿਨ ਸਟੇਟ। ਇਸ਼ੂ ਆਫ ਸਟੇਟ ਵਿਦਿਨ ਸਟੇਟ ਮਤਲਬ ਸਟੇਟ ਦੇ ਅੰਦਰ ਸਟੇਟ। ਤਾਂ ਇਹਦੇ ਜਿਵੇਂ ਆਪਾਂ ਪਹਿਲਾਂ ਵੀ ਲਿਖੇ ਹੋਏ ਆ ਕਿ ਇਹਦੇ ਫਿਲਾਸਫਰ ਸੀਗੇ। ਠੀਕ ਹੈ, ਤਾਂ ਪਹਿਲਾਂ ਜਿਹੜਾ ਇਸ਼ੂ ਆਫ ਸਟੇਟ ਵਿਦਿਨ ਸਟੇਟ ਆ, ਉਹਦੇ ਕਨਿੰਗਮ ਆ, ਟਰੰਪੇ ਆ, ਜਾਦੂਨਾਥ ਸਰਕਾਰ, ਇਹ ਜਿਹੜੇ ਲੋਕ ਹੈਗੇ ਆ, ਫਿਲਾਸਫਰ ਆ, ਇਹ ਕਹਿੰਦੇ ਆ ਕਿ ਉਹ ਫਨੈਟਿਕ ਨੇਚਰ ਦੇ ਕਾਰਨ ਨਹੀਂ ਉਹਨਾਂ ਨੂੰ ਮਾਰਿਆ ਗਿਆ,
ਜਿਹੜੇ ਮੁਗਲ ਕਿੰਗ ਸੀਗੇ ਉਹ ਪੋਲੀਟੀਕਲ ਪਰਸਨ ਸੀ, ਉਹਨਾਂ ਦੇ ਸਾਰੇ ਡਿਸੀਜਨਸ ਜਿਹੜੇ ਪੋਲੀਟੀਕਲ ਸੀਗੇ। ਉਹਨਾਂ ਨੂੰ ਐਪਰੀਹੈਂਸ਼ਨ ਸੀ ਕਿ ਗੁਰੂ ਸਾਹਿਬ ਜਿਹੜੇ ਆ ਉਹ ਕਦੇ ਆਪਣੇ ਪੋਲੀਟੀਕਲ ਐਂਬੀਸ਼ਨਸ ਵੀ ਅੱਗੇ ਰੱਖ ਸਕਦੇ ਆ, ਪੋਲੀਟੀਕਲ ਐਂਬੀਸ਼ਨਸ ਨੂੰ ਐਕਸਪ੍ਰੈਸ ਕਰ ਸਕਦੇ ਆ, ਕਦੇ ਉਹ ਇੱਕ ਸਟੇਟ ਦੇ ਵਿੱਚ ਅੰਦਰ ਹੀ ਇੱਕ ਨਵੀਂ ਸਟੇਟ ਖੜੀ ਕਰਨ ਦਾ ਯਤਨ ਕਰ ਸਕਦੇ ਆ, ਐਫਰਟਸ ਕਰ ਸਕਦੇ ਆ। ਇਨ ਕੇਸ ਉਹ ਅਗਰ ਆਪਣੇ ਆਪ ਨੂੰ ਕਿੰਗ ਡਿਕਲੇਅਰ ਕਰ ਦਿੰਦੇ ਆ ਤਾਂ ਸਾਨੂੰ ਸਾਂਭਣਾ ਔਖਾ ਹੋ ਜਾਊਗਾ, ਅਸੀਂ ਇੱਕ ਹੋਰ ਨਵੀਂ ਸਟੇਟ ਪੈਦਾ ਨਹੀਂ ਹੋਣ ਦੇਣੀ ਵਿਦਿਨ ਮੁਗਲ ਸਟੇਟ। ਤਾਂ ਕਰਕੇ ਉਹਨਾਂ ਨੇ ਗੁਰੂ ਸਾਹਿਬਾਨਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਬਿਹੇਵ ਕੀਤਾ, ਮਾੜਾ ਵਿਵਹਾਰ ਕੀਤਾ। ਠੀਕ ਹੈ, ਉਹ ਪੋਲੀਟੀਕਲ ਡਿਸੀਜਨ ਸੀਗਾ, ਕੋਈ ਆਊਟ ਆਫ ਫਨੈਟਿਕ ਨੇਚਰ ਆਫ ਮੁਗਲ ਕਿੰਗਸ ਵਾਲਾ ਡਿਸੀਜਨ ਨਹੀਂ ਸੀਗਾ। ਦੂਸਰੇ ਪਾਸੇ ਜਿਹੜੇ ਫਿਲੋਸਫਰ ਹੈਗੇ ਆ ਉਹਦੇ ਵਿੱਚ ਹੈਗਾ ਇੰਦੂ ਭੂਸ਼ਣ ਬੈਨਰਜੀ ਆ, ਮਕੌਲੇ ਆ, ਸਾਰੇ ਦੇ ਸਾਰਾ ਸਿੱਖ ਟਰਡੀਸ਼ਨ ਆ। ਇਹ ਲੋਕ ਕਹਿੰਦੇ ਸੀਗੇ ਕਿ ਜਿਹੜੇ ਮੁਗਲ ਕਿੰਗ ਆ, ਮੁਗਲ ਮੁਸਲਿਮਸ ਆ, ਉਹਨਾਂ ਦੇ ਅੰਦਰ ਧਾਰਮਿਕ ਕੱਟੜਵਾਦ ਸੀਗਾ। ਠੀਕ ਹੈ, ਧਾਰਮਿਕ ਕੱਟੜਵਾਦ ਸੀ। ਉਹ ਗੁਰੂ ਸਾਹਿਬਾਨਾਂ ਦੀ ਜਿਹੜੀ ਵੱਧਦੀ ਹੋਈ ਪੋਪੂਲੈਰਿਟੀ ਆ ਉਹਨੂੰ ਉਹ ਬਰਦਾਸ਼ਤ ਨਹੀਂ ਕਰ ਪਾ ਰਹੇ ਸੀਗੇ। ਜਿਹੜੇ ਇਹਨਾਂ ਦੀ ਫੋਲੋਅਰਸ, ਨੰਬਰ ਆਫ ਫੋਲੋਅਰਸ ਵੱਧ ਰਹੇ ਸੀ, ਉਹਨਾਂ ਨੂੰ ਉਹ ਬਰਦਾਸ਼ਤ ਨਹੀਂ ਕਰ ਪਾ ਰਹੇ ਸੀਗੇ। ਨਵੇਂ ਧਰਮ ਦਾ ਜਨਮ ਬਰਦਾਸ਼ਤ ਨਹੀਂ ਕਰ ਪਾ ਰਹੇ ਸੀਗੇ। ਠੀਕ ਹੈ, ਗੁਰੂ ਅਰਜਨ ਦੇਵ ਜੀ ਤੋਂ ਔਨਵਰਡ ਸਭ ਨੂੰ ਇਹ ਦਿਖਣ ਲੱਗ ਗਿਆ ਸੀਗਾ ਕਿ ਇੱਕ ਨਵਾਂ ਧਰਮ ਜਨਮ ਲੈ ਰਿਹਾ, ਨਵਾਂ ਧਰਮ ਜਨਮ ਲੈ ਰਿਹਾ, ਸਭ ਨੂੰ ਇਹ ਦਿਖਣ ਲੱਗ ਗਿਆ ਸੀ। ਪਰ ਉਹ ਨਵੇਂ ਧਰਮ ਦੇ ਜਨਮ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ ਸੀਗੇ, ਹੈ ਨਾ। ਇਸ ਤਰੀਕੇ ਦੇ ਨਾਲ ਆਪਾਂ ਦੇਖਦੇ ਹਾਂ ਕਿ ਉਹਨਾਂ ਨੇ ਗੁਰੂ ਸਾਹਿਬਾਨਾਂ ਦੇ ਖਿਲਾਫ ਬਹੁਤ ਸਾਰੀਆਂ ਕਾਰਵਾਈਆਂ ਕੀਤੀਆਂ। ਇਹ ਪਹਿਲਾ ਹੈਗਾ। ਦੂਸਰਾ ਰੋਲ ਆਫ ਰਾਮ ਰਾਏ ਐਂਡ ਧੀਰਮਲ। ਰਾਮ ਰਾਏ ਤੁਹਾਨੂੰ ਪਤਾ ਹੀ ਹੈ, ਰਾਮ ਰਾਏ ਕੌਣ ਸੀ, ਧੀਰਮਲ ਕੌਣ ਸੀ। ਇਹ ਦੋਨੋਂ ਹੀ ਗੁਰੂ ਗੱਦੀ ਦੇ ਕਲੇਮੈਂਟ ਸੀਗੇ ਨਾ। ਤੇ ਇਸ ਕਰਕੇ ਰਾਮ ਰਾਏ, ਧੀਰਮਲ ਇਹ ਹਮੇਸ਼ਾ ਜਾ ਕੇ ਮੁਗਲਾਂ ਨੂੰ ਦੱਸਦੇ ਸੀਗੇ ਕਿ ਜਿਹੜਾ ਰਾਮ ਰਾਏ ਸੀ ਉਹ ਤਾਂ ਗੁਰੂ ਹਰਕ੍ਰਿਸ਼ਨ ਜੀ ਦਾ ਬੜਾ ਭਰਾ ਸੀਗਾ। ਠੀਕ ਹੈ, ਉਹਨੂੰ ਇਹ ਪ੍ਰੋਬਲਮ ਸੀ ਕਿ ਗੁਰੂ ਹਰਕ੍ਰਿਸ਼ਨ ਜੀ ਨੂੰ ਕਿਵੇਂ ਗੁਰੂ ਗੱਦੀ 'ਤੇ ਬਿਠਾਤਾ, ਉਹ ਤਾਂ 5 ਸਾਲ ਦਾ ਬੱਚਾ ਹੈ, ਮੈਂ ਕਲੇਮੈਂਟ ਆ, ਮੈਂ ਇੰਨਾ ਇੰਟੈਲੀਜੈਂਟ ਆ, ਮੈਂ ਤਾਂ ਉੱਥੇ ਤੁਹਾਨੂੰ ਪਤਾ ਔਰੰਗਜ਼ੇਬ ਦੇ ਦਰਬਾਰ 'ਚ ਜਾ ਕੇ ਵੀ ਮੈਂ ਪੂਰਾ ਸਕਿੱਲ ਸ਼ੋਅ ਕੀਤੀਆਂ। ਠੀਕ ਹੈ, ਹਾਲਾਂਕਿ ਉਹ ਸਕਿੱਲ ਸ਼ੋਅ ਕਰਨ ਵਾਲੀ ਗੱਲ ਨਹੀਂ ਸੀ, ਉਹਨੇ ਆਪਣੇ ਗੁਰੂ ਨੂੰ ਝੂਠਾ ਪਾਉਣ ਵਾਲੀ ਗੱਲ ਕੀਤੀ ਸੀਗੀ। ਧੀਰਮਲ ਜਿਹੜਾ ਸੀਗਾ ਉਹ ਗੁਰੂ ਹਰ ਰਾਏ ਜੀ ਦਾ, ਠੀਕ ਹੈ, ਐਲਡਰ ਬ੍ਰਦਰ ਸੀਗਾ। ਇਹ ਵੀ ਚਾਹੁੰਦਾ ਸੀ ਗੁਰੂ ਗੱਦੀ 'ਤੇ ਬੈਠੇ, ਇਹ ਵੀ ਮੁਗਲਾਂ ਨੂੰ ਜਾ ਕੇ ਗਲਤ ਰਿਪੋਰਟਾਂ ਦਿੰਦਾ ਸੀਗਾ। ਅਗਲਾ ਕਾਰਨ ਹੈਗਾ ਨਕਸ਼ਬੰਦੀਆਂ ਦਾ ਰੋਲ ਸੀਗਾ। ਨਕਸ਼ਬੰਦੀ ਜਿਹੜੇ ਸੀਗੇ, ਨਕਸ਼ਬੰਦੀ ਇੱਕ ਸੰਸਥਾ ਸੀ, ਔਰ ਜਿਵੇਂ ਆਪਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਵਿੱਚ ਵੀ ਇਹ ਪੁਆਇੰਟ ਡਿਸਕਸ ਕੀਤਾ ਸੀਗਾ। ਨਕਸ਼ਬੰਦੀ ਇੱਕ ਸੰਸਥਾ ਸੀ, ਇਹਦਾ ਜਿਹੜਾ ਫਾਊਂਡਰ ਸੀਗਾ ਉਹਦਾ ਨਾਮ ਸੀਗਾ ਸ਼ੇਖ ਅਹਿਮਦ ਸਰਹੰਦੀ। ਸ਼ੇਖ ਅਹਿਮਦ ਸਰਹੰਦੀ, ਇਹਨੇ ਨਕਸ਼ਬੰਦੀ ਨਾਂ ਦੀ ਇੱਕ ਸੰਸਥਾ ਬਣਾਈ ਹੋਈ ਸੀ। ਨਕਸ਼ਬੰਦੀ ਦਾ ਬੇਸਿਕ ਕਾਜ਼ ਕੀ ਸੀਗਾ? ਕਨਵਰਜਨ ਨੂੰ ਰੋਕਣਾ। ਜਿਹੜੇ ਲੋਕ ਇਸਲਾਮ ਤੋਂ ਕਨਵਰਟ ਹੋ ਕੇ ਦੂਸਰੇ ਧਰਮਾਂ ਨੂੰ ਜਾ ਰਹੇ ਸੀਗੇ, ਉਹਨੂੰ ਰੋਕਣ ਦਾ ਕੰਮ ਸੀ। ਇਹ ਵੈਸੇ ਸਾਰੇ ਧਰਮਾਂ ਦੇ ਲੋਕ ਕਰਦੇ ਆ, ਮੁਸਲਮਾਨਾਂ ਨੇ ਵੀ ਕੀਤਾ, ਪਰ ਉਹਨਾਂ ਨੇ ਜਿਹੜਾ ਅਸਲੀ ਗੁਨਾਹ ਕੀਤਾ ਉਹ ਇਹ ਸੀਗਾ ਕਿ ਕਨਵਰਜਨ ਨੂੰ ਰੋਕਣਾ। ਚਲੋ ਕੋਈ ਗੱਲ ਨਹੀਂ, ਪਰ ਉਹ ਗੁਰੂਆਂ ਦੇ ਖਿਲਾਫ ਮੁਗਲਾਂ ਜਿਹੜੇ ਕਿੰਗ ਸੀ ਉਹਨਾਂ ਨੂੰ ਬੜੀਆਂ ਗਲਤ ਚਿੱਠੀਆਂ ਲਿਖਦੇ ਰਹਿੰਦੇ ਸੀਗੇ, ਗਲਤ ਰਿਪੋਰਟਾਂ ਕਰਦੇ ਰਹਿੰਦੇ ਸੀਗੇ। ਠੀਕ ਹੈ, ਇਸ ਤਰੀਕੇ ਦੇ ਨਾਲ ਵੀ ਗਲਤ ਹੋਇਆ, ਮਤਲਬ ਇਹ ਕਾਰਨ ਬਣਿਆ। ਅਗਲਾ ਸੀਗਾ ਗੁਰੂ ਤੇਗ ਬਹਾਦਰ ਜੀ। ਗੁਰੂ ਤੇਗ ਬਹਾਦਰ ਜੀ ਨੇ ਵੀ ਜਰਨੀਜ਼ ਕੀਤੀਆਂ, ਬਹੁਤ ਸਾਰੀਆਂ ਜਰਨੀਜ਼ ਕੀਤੀਆਂ, ਮਤਲਬ ਯਾਤਰਾਵਾਂ ਕੀਤੀਆਂ। ਉਹ ਖਾਸ ਤੌਰ 'ਤੇ ਇੱਕ ਬੜੀ ਯਾਤਰਾ ਜਿਹੜੀ ਚੁੱਭੀ ਉਹਨਾਂ ਨੂੰ, ਮੁਗਲ ਕਿੰਗਾਂ ਨੂੰ, ਖਾਸ ਤੌਰ ਔਰੰਗਜ਼ੇਬ ਨੂੰ ਜਿਹੜੀ ਚੁੱਭ ਗਈ, ਉਹ ਸੀਗੀ ਕਾਮਰੂਪ ਮਤਲਬ ਅਸਾਮ ਦੀ ਯਾਤਰਾ। ਹੋਇਆ ਕਿ ਇਹ ਗੁਰੂ ਸਾਹਿਬ ਅਸਾਮ ਗਏ, ਇਹ ਤਾਂ ਵੈਸੇ ਹੀ ਇੱਕ ਜਰਨੀ 'ਤੇ ਸੀਗੇ। ਉੱਥੇ ਮੁਗਲ ਪ੍ਰਿੰਸ ਜਿਹੜਾ ਸੀਗਾ ਉਹਨੇ ਹਮਲਾ ਕਰਤਾ, ਔਰ ਮੁਗਲ ਪ੍ਰਿੰਸ ਨੇ ਹਮਲਾ ਕੀਤਾ, ਕਿੰਗ ਆਫ ਕਾਮਰੂਪ ਉੱਥੇ ਉਹਦੀ ਸਾਹਮਣਾ ਕੀਤਾ, ਦੋਨਾਂ ਦੇ ਵਿੱਚ ਲੜਾਈ ਹੋਈ। ਗੁਰੂ ਸਾਹਿਬ ਨੇ ਉਹਦੇ ਵਿੱਚ ਇੰਟਰਫੇਰੈਂਸ ਕੀਤੀ। ਇੰਟਰਫੇਰੈਂਸ ਇਸ ਹਿਸਾਬ ਨਾਲ ਕੀਤੀ ਕਿ ਲੜਾਈ ਬੰਦ ਹੋ ਜੇ। ਕਹਿੰਦੇ ਆ ਕਿ ਗੁਰੂ ਸਾਹਿਬ ਦੀ ਇੰਟਰਫੇਰੈਂਸ ਦੇ ਕਾਰਨ ਦੋਨਾਂ ਦੇ ਵਿੱਚ ਇੱਕ ਸਮਝੌਤਾ ਹੋ ਗਿਆ, ਸਮਝੌਤਾ ਹੋਇਆ ਅਤੇ ਦੋਨੇ ਸ਼ਾਂਤੀ ਹੋ ਗਈ, ਲੜਾਈ ਬੰਦ ਹੋ ਗਈ। ਜਿਹੜਾ ਮੁਗਲ ਪ੍ਰਿੰਸ ਸੀਗਾ ਉਹ ਆਪਣੀਆਂ ਫੌਜਾਂ ਵਾਪਸ ਲੈ ਗਿਆ ਅਤੇ ਉਹ ਰੁਕ ਗਿਆ। ਨਕਸ਼ਬੰਦੀਆਂ ਨੇ ਫਵਾਵਾਂ ਫੈਲਾਤੀਆਂ ਸਾਰੇ ਪਾਸੇ
कि गुरु साहब मिलिट्री एक्सपीडिशन कर रहे हैं टुवर्ड्स ईस्ट, मिलिट्री एक्सपीडिशन कर रहे हैं टुवर्ड्स ईस्ट। दैट इज़ वेरी मतलब कि इन्होंने ਜਿਹੜਾ किंग ऑफ कामरूप ਸੀ ਉਹਦੀ ਮਦਦ ਕੀਤੀ, ਉਹਦੇ ਕਰਕੇ ਮੁਗਲ ਪ੍ਰਿੰਸ ਦੀ ਜਿਹੜੀ ਆਰਮੀ ਸੀ ਉਹ ਹਾਰ ਗਈ। ਠੀਕ ਹੈ, ਇਹ ਜਿਹੜੇ ਅਫਵਾਹਾਂ ਫੈਲ ਗਈਆਂ ਉਹ ਅਫਵਾਹਾਂ ਕਦੇ ਨਾ ਕਿਤੇ ਔਰੰਗਜ਼ੇਬ ਜਿਹੜਾ ਮੁਗਲ ਕਿੰਗ ਸੀ ਉਹਦੇ ਤੱਕ ਵੀ ਪਹੁੰਚੀਆਂ, ਉਹਦੇ ਦਰਬਾਰੀਆਂ ਤੱਕ ਵੀ ਪਹੁੰਚੀਆਂ। ਉਹਨਾਂ ਉਹ ਵੈਰੀਫਾਈ ਨਹੀਂ ਕਰ ਸਕੇ ਕਿ ਇਹ ਕੋਈ ਮਿਲਟਰੀ ਐਕਸਪੀਡੀਸ਼ਨ ਨਹੀਂ ਸੀਗਾ। ਗੁਰੂ ਸਾਹਿਬ ਕਿਹੜਾ ਕੋਈ ਆਰਮੀ ਲੈ ਕੇ ਗਏ ਸੀਗੇ, ਉਹ ਆਪਣਾ ਜੱਥਾ ਸੀਗਾ, ਕੁਛ ਲੋਕ ਸੀ, ਮੇ ਵੀ 150 500 ਲੋਕ ਸੀਗੇ ਜਿਹੜੇ ਕਿ ਰਸਤੇ 'ਚ ਕਿਤੇ ਰੁਕਦੇ ਸੀ, ਲੋਕਾਂ ਦੇ ਨਾਲ ਮੁਲਾਕਾਤ ਕਰਦੇ ਸੀਗੇ। ਇਹ ਜਿਹੜੀ ਜਰਨੀ ਸੀ ਇਹਦੇ ਇੱਕ ਹੋਰ ਇੰਪੋਰਟੈਂਟ ਈਵੈਂਟ ਹੈਗਾ, ਉਹ ਹੈਗਾ ਬਰਥ ਆਫ ਸ਼੍ਰੀ ਗੁਰੂ ਹਰਗੋਬਿੰਦ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਜਦੋਂ ਗੁਰੂ ਤੇਗ ਬਹਾਦਰ ਜੀ ਈਸਟ ਦੀ ਤਰਫ ਜਾ ਰਹੇ ਸੀਗੇ, ਪਟਨਾ ਦੇ ਵਿੱਚ ਉਹ ਰੁਕੇ। ਜਦੋਂ ਰੁਕੇ ਤਾਂ ਉੱਥੇ ਉਹਨਾਂ ਦੇ ਵਾਈਫ ਮਾਤਾ ਗੁਜਰੀ ਜੀ ਉਹ ਪ੍ਰੈਗਨੈਂਟ ਸੀਗੇ, ਡਿਲੀਵਰੀ ਲਈ ਡਿਊ ਸੀਗੇ, ਪਰ ਗੁਰੂ ਤੇਗ ਬਹਾਦਰ ਜੀ ਨਹੀਂ ਰੁਕੇ। ਗੁਰੂ ਤੇਗ ਬਹਾਦਰ ਜੀ ਅੱਗੇ ਵੱਧ ਗਏ, ਅਸਾਮ ਦੀ ਤਰਫ ਚਲੇ ਗਏ। ਉਹ ਉਹਨਾਂ ਨੂੰ ਪਟਨਾ ਸਾਹਿਬ ਛੱਡ ਗਏ। ਇਹਦਾ ਜਿਹੜੇ ਮਾਮਾ ਜੀ ਸੀਗੇ ਗੁਰੂ ਗੋਬਿੰਦ ਸਿੰਘ ਜੀ ਦੇ, ਮਤਲਬ ਮਾਤਾ ਗੁਜਰੀ ਦੇ ਬ੍ਰਦਰ, ਉਹਦਾ ਨਾਮ ਸੀ ਕਿਰਪਾਲ ਚੰਦ। ਕਿਰਪਾਲ ਚੰਦ ਦੀ ਦੇਖ ਰੇਖ ਦੇ ਵਿੱਚ ਮਾਤਾ ਗੁਜਰੀ ਨੂੰ ਛੱਡ ਗਏ ਕਿ ਤੁਸੀਂ ਯੂ ਟੇਕ ਕੇਅਰ ਆਫ ਹਰ। ਠੀਕ ਹੈ, ਉਸ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਉੱਥੇ ਪਟਨਾ ਸਾਹਿਬ ਦੇ ਵਿੱਚ। ਅਤੇ ਇਹ ਖਬਰ ਗੁਰੂ ਤੇਗ ਬਹਾਦਰ ਜੀ ਨੂੰ ਜਦੋਂ ਆਸਾਮ ਸੀ ਉੱਥੇ ਜਾ ਕੇ ਉੱਥੇ ਮਿਲੀ ਉਹਨਾਂ ਨੂੰ। ਇੱਕ ਇਹ ਵੀ ਇੰਪੋਰਟੈਂਟ ਘਟਨਾ। ਉਸ ਤੋਂ ਬਾਅਦ ਫਿਰ ਉਹ ਕਸ਼ਮੀਰ ਦੇ ਜਿਹੜੇ ਪੰਡਤ ਸੀਗੇ ਉਹ ਵਾਲੀ ਘਟਨਾ ਹੋਈ। ਤਾਂ ਇਹ ਜਿਹੜਾ ਕਸ਼ਮੀਰ ਦੇ ਪੰਡਤ ਸੀਗੇ ਉਹਨਾਂ ਦਾ ਜਿਹੜਾ ਲੀਡਰ ਸੀਗਾ ਉਹਦਾ ਨਾਮ ਸੀ ਕਿਰਪਾ ਰਾਮ। ਮੈਂ ਇੱਕ ਕਿਸੇ ਪੇਪਰ 'ਚ ਪੜ੍ਹਿਆ ਹੈ ਕਿ ਇਹ ਵੀ ਸਵਾਲ ਪੁੱਛਿਆ ਗਿਆ ਕਿ ਜਿਹੜੇ ਉਹ ਜਥਾ ਆਇਆ ਸੀਗਾ ਕਸ਼ਮੀਰੀ ਪੰਡਤਾਂ ਦਾ, ਉਹਦਾ ਨਾਮ ਕੀ ਸੀਗਾ? ਉਹਦਾ ਨਾਮ ਸੀ ਕਿਰਪਾ ਰਾਮ। ਅਤੇ ਕਿਰਪਾ ਰਾਮ ਦੇ ਨਾਲ ਬਹੁਤ ਸਾਰੇ ਪੰਡਿਤ, ਕਸ਼ਮੀਰ ਦੇ ਪੰਡਿਤ, ਉਹ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਆਏ। ਅਤੇ ਉਹ ਪ੍ਰੋਬਲਮ ਕੀ ਸੀਗੀ, ਜਿਹੜਾ ਕਸ਼ਮੀਰ ਦਾ ਗਵਰਨਰ ਸੀਗਾ, ਮੁਗਲ ਗਵਰਨਰ, ਉਹਦਾ ਨਾਮ ਸੀ ਸ਼ੇਰ ਅਫਗਾਨ। ਠੀਕ ਹੈ, ਸ਼ੇਰ ਅਫਗਾਨ। ਉਹ ਲੋਕਾਂ ਦੇ ਉੱਤੇ ਨਾ ਬੜੇ ਅਤਿਆਚਾਰ ਕਰਦਾ ਸੀਗਾ। ਆਪਣੀ ਇੱਦਾਂ ਦੀਆਂ ਜਿਹੜੀਆਂ ਹਰਕਤਾਂ ਸੀ ਉਹਦੇ ਵਾਸਤੇ ਬੜਾ ਜਲਾਦ ਵਾਲੀਆਂ ਹਰਕਤਾਂ ਲਈ ਬੜਾ ਉੱਥੇ ਮਸ਼ਹੂਰ ਸੀਗਾ। ਲੋਕ ਉਹ ਤੋਂ ਬੜੇ ਤੰਗ ਸੀਗੇ। ਉਹ ਜ਼ਿਆਦਤੀ ਕਰਦਾ ਸੀਗਾ ਆਮ ਲੋਕਾਂ ਦੇ ਨਾਲ। ਅਤੇ ਉਹਦੀਆਂ ਜ਼ਿਆਦਤੀਆਂ ਤੋਂ, ਉਹਦੀਆਂ ਅਤਿਆਚਾਰਾਂ ਤੋਂ ਦੁਖੀ ਹੋ ਕੇ ਕਸ਼ਮੀਰ ਦੇ ਪੰਡਿਤ ਇਕੱਠੇ ਹੋ ਕੇ ਇੱਥੇ ਗੁਰੂ ਤੇਗ ਬਹਾਦਰ ਜੀ ਨੂੰ ਮਿਲਣ ਵਾਸਤੇ ਆਏ। ਅਤੇ ਗੁਰੂ ਤੇਗ ਬਹਾਦਰ ਜੀ ਨੇ ਅੱਗੇ ਜਵਾਬ ਕੀ ਦਿੱਤਾ? ਜਵਾਬ ਇਹ ਦਿੱਤਾ ਕਿ ਇੱਕ ਸ਼ਹਾਦਤ ਦੀ ਜ਼ਰੂਰਤ ਆ, ਇੱਕ ਸੈਕਰੀਫਾਈਸ ਦੀ ਜ਼ਰੂਰਤ ਆ। ਇਹ ਤਾਂ ਕੰਮ ਰੁਕਣਾ। ਇਹ ਅੱਜ ਸਮਾਂ ਆ ਗਿਆ ਜਦੋਂ ਇੱਕ ਕੋਈ ਬੜਾ ਬੰਦਾ, ਕੋਈ ਮਹਾਨ ਆਤਮਾ, ਕੋਈ ਮਹਾਨ ਬੰਦਾ ਇੱਕ ਸ਼ਹਾਦਤ ਦੇਵੇ। ਅਤੇ ਇੱਦਾਂ ਇੱਕ ਸਿੱਖ ਟਰਡੀਸ਼ਨ ਦੇ ਵਿੱਚ ਇਹ ਵੀ ਇੱਕ ਸਟੋਰੀ ਪ੍ਰਚਲਿਤ ਆ ਕਿ ਕਹਿੰਦੇ ਆ ਕਿ ਗੁਰੂ ਜਿਹੜੇ ਗੋਬਿੰਦ ਰਾਏ, ਉਹਨਾਂ ਦੇ ਬੇਟੇ ਸੀਗੇ, ਬਾਅਦ 'ਚ ਗੁਰੂ ਗੋਬਿੰਦ ਸਿੰਘ ਜੀ ਬਣੇ। ਗੋਬਿੰਦ ਰਾਏ ਨੇ ਗੁਰੂ ਤੇਗ ਬਹਾਦਰ ਜੀ ਦੇ ਸ਼ਬਦਾਂ ਮਤਲਬ ਬੋਲਦੇ ਸਾਰੇ ਇਹ ਗੱਲ ਕਿਹਾ ਕਿ ਤੁਹਾਡੇ ਤੋਂ ਮਹਾਨ ਕੌਣ ਹੋ ਸਕਦਾ। ਠੀਕ ਹੈ, ਅਤੇ ਕਿ ਅਗਰ ਕਿਸੇ ਮਹਾਨ ਪਰਸਨੈਲਿਟੀ ਦੀ ਸ਼ਹਾਦਤ ਦੀ ਲੋੜ ਆ ਤਾਂ ਤੁਸੀਂ ਸਭ ਤੋਂ ਮਹਾਨ ਤਾਂ ਤੁਸੀਂ ਹੋ ਗਏ ਨਾ ਫਿਰ। ਤਾਂ ਉਹਦੀ ਗੁਰੂ ਗੋਬਿੰਦ ਰਾਏ ਦੀ ਜਿਹੜੀ ਗੱਲ ਸੀ ਉਹਨੂੰ ਫੋਲੋ ਕਰਦੇ ਹੋਏ ਗੁਰੂ ਤੇਗ ਬਹਾਦਰ ਜੀ ਦਿੱਲੀ ਦੀ ਤਰਫ ਚੱਲ ਪਏ। ਠੀਕ ਹੈ, ਉਹਨਾਂ ਨੇ ਕਿਹਾ ਜਾਓ, ਜਾ ਕੇ ਮੁਗਲ ਬਾਦਸ਼ਾਹ ਨੂੰ ਕਹਿ ਦਿਓ ਕਿ ਸਭ ਤੋਂ ਪਹਿਲਾਂ ਮਤਲਬ ਕਿ ਸਾਡਾ ਸਰਦਾਰ ਆ, ਸਾਡਾ ਲੀਡਰ ਆ ਗੁਰੂ ਤੇਗ ਬਹਾਦਰ, ਉਹਦੀ ਕਨਵਰਜਨ ਕਰਵਾਓ। ਠੀਕ ਹੈ, ਅਤੇ ਉਹਦੀ ਕਨਵਰਜਨ ਕਰਵਾਓ, ਫਿਰ ਸਾਰੇ ਹੀ ਕਨਵਰਟ ਹੋ ਜਾਣਗੇ। ਤਾਂ ਉਹ ਇਹ ਕਹਿ ਕੇ ਉਹ ਦਿੱਲੀ ਤਰਫ ਚੱਲ ਪਏ। ਦਿੱਲੀ ਤਰਫ ਗਏ। ਉਸ ਤੋਂ ਬਾਅਦ ਉੱਥੇ ਜਾ ਕੇ ਗਏ, ਆਪਾਂ ਦੇਖਦੇ ਹਾਂ ਉੱਥੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਤਿੰਨ ਬੜੇ ਇੰਪੋਰਟੈਂਟ ਨਾਮ ਆ। ਇਹ ਅਨੰਦਪੁਰ ਸਾਹਿਬ ਦੀ ਗੁਰਦੁਆਰੇ ਦੀ ਫੋਟੋ ਆ। ਭਾਈ ਮਤੀ ਦਾਸ ਜੀ, ਠੀਕ ਹੈ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ। ਇਹ ਤਿੰਨ ਬੰਦੇ, ਤਿੰਨ ਗੁਰੂ ਸਾਹਿਬ ਦੇ ਫੋਲੋਅਰ। ਇਹ ਗੁਰੂ ਸਾਹਿਬ ਦੇ ਨਾਲ ਇਹਨਾਂ ਨੇ ਸ਼ਹਾਦਤ ਦਿੱਤੀ। ਇਹਨਾਂ ਦੀ ਸ਼ਹਾਦਤ ਵੀ ਉਨੀ ਹੀ ਇੰਪੋਰਟੈਂਟ ਆ ਜਿੰਨੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਇੰਪੋਰਟੈਂਟ ਆ। ਇਹ ਬੜੇ ਤਸੀਹੇ ਦੇ ਕੇ ਇਹਨਾਂ ਨੂੰ ਮਾਰਿਆ ਗਿਆ। ਠੀਕ ਹੈ, ਪਾਣੀ ਖੋਲਦੇ ਹੋਏ ਪਾਣੀ 'ਚ ਬਿਠਾ ਦਿੱਤਾ ਗਿਆ,
रूं लपेट के ਉਹਦੇ ਨੂੰ ਅੱਗ ਲਗਾ ਦਿੱਤੀ ਗਈ, ਠੀਕ ਹੈ, ਸਿਰ ਵੱਢ ਦਿੱਤਾ ਗਿਆ। ਤੇ ਆਖਰ ਜਾ ਕੇ 11 ਨਵੰਬਰ 1675 ਨੂੰ, ਠੀਕ ਹੈ, ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਵੀ ਗਿਲੋਟੀਨ ਕਰ ਦਿੱਤਾ ਗਿਆ, ਉਹਨਾਂ ਦੀ ਗਰਦਨ ਕੱਟ ਦਿੱਤੀ ਗਈ। ਕਹਿੰਦੇ ਆ ਕਿ ਗੁਰੂ ਤੇਗ ਬਹਾਦਰ ਜੀ ਨੂੰ ਇਹ ਕਿਹਾ ਗਿਆ ਕਿ ਤੁਸੀਂ ਕੋਈ ਚਮਤਕਾਰ ਦਿਖਾਓ। ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਚਮਤਕਾਰ ਇਹੀ ਹੈ ਕਿ ਆਹ ਇੱਕ ਪਰਚੀ ਹੈ, ਇਹ ਪਰਚੀ ਅਗਰ ਮੈਂ ਆਪਣੇ ਗਲੇ 'ਚ ਪਾ ਲਾਂ, ਠੀਕ ਹੈ, ਲਪੇਟ ਕੇ, ਤਾਂ ਕੋਈ ਮੇਰਾ ਗਲਾ ਕੱਟ ਨਹੀਂ ਸਕਦਾ, ਠੀਕ ਹੈ। ਉਹ ਕਹਿੰਦੇ ਠੀਕ ਹੈ, ਅਤੇ ਉਹਨਾਂ ਨੇ ਗਲੇ 'ਚ ਪਾ ਲਈ ਅਤੇ ਉਹ ਉਹਨਾਂ ਨੇ ਤਲਵਾਰ ਚਲਾਈ, ਗਲਾ ਕੱਟ ਗਿਆ। ਬੇਸਿਕਲੀ ਉਹਨਾਂ ਨੂੰ ਪਤਾ ਸੀ ਆਖਰ ਤਾਂ ਇਹੀ ਚੀਜ਼ ਹੈ ਨਾ ਕਿ ਇਹਨਾਂ ਨੇ ਮਾਰਨਾ ਹੀ ਆ, ਠੀਕ ਹੈ। ਤਾਂ ਉਸ ਤੋਂ ਪਹਿਲਾਂ ਇਹ ਕਿ ਜਿਹੜੇ 3 ਉਹਨਾਂ ਦੇ ਭਗਤ ਸੀਗੇ, ਮਤੀ ਦਾਸ ਜੀ, ਸਤੀ ਦਾਸ ਜੀ, ਭਾਈ ਦਿਆਲਾ ਜੀ, ਠੀਕ ਹੈ, ਇਹਨਾਂ ਦੀ ਉਸ ਤੋਂ ਪਹਿਲਾਂ ਸ਼ਹਾਦਤ ਹੋਈ। ਇਹਨਾਂ ਨੂੰ ਉੱਥੇ ਚਾਂਦਨੀ ਚੌਂਕ ਦੇ ਵਿੱਚ ਇਹਨਾਂ ਤਿੰਨਾਂ ਦੇ ਨਾਮ ਦੇ ਜਿਹੜੇ ਆ ਉਹ ਜਿਹੜੀਆਂ ਜਗ੍ਹਾ ਹੈਗੀਆਂ, ਠੀਕ ਹੈ, ਅਤੇ ਇਹਨਾਂ ਦੀ ਸ਼ਹਾਦਤ ਹੋਈ। ਇਹਨਾਂ ਨੂੰ ਕਿਹਾ, ਇਹਦੇ ਬਾਰੇ ਕਿਹਾ ਜਾਂਦਾ ਕਿ ਇਹਨਾਂ ਦੀ ਆਖਰੀ ਇੱਛਾ ਇਹੀ ਸੀ ਕਿ ਜਦੋਂ ਸਾਨੂੰ ਮਾਰਿਆ ਜਾਵੇ ਉਦੋਂ ਸਾਡੇ ਜਿਹੜੇ ਮੂੰਹ ਆ ਉਹ ਸਾਡੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਤਰਫ ਹੋਣੇ ਚਾਹੀਦੇ ਆ। ਉਸ ਤੋਂ ਬਾਅਦ ਇਹ ਜਦੋਂ ਜਿੱਥੇ ਸ਼ਹਾਦਤ ਹੋਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ, ਉੱਥੇ ਸੀਸਗੰਜ ਸਾਹਿਬ ਗੁਰਦੁਆਰਾ ਹੈ। ਸੀਸਗੰਜ ਸਾਹਿਬ ਗੁਰਦੁਆਰਾ ਹੈ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ, ਸੀਸਗੰਜ ਐਜ਼ ਪਲੇਸ ਆਫ ਮਾਰਟਰਡਮ। ਤਾਂ ਬੜਾ ਫੇਮਸ ਗੁਰਦੁਆਰਾ ਸੀਸਗੰਜ। ਉੱਥੇ ਜਦੋਂ ਵੀ ਸਾਡੇ ਜਦੋਂ ਗੁਰਪੁਰਬ ਹੁੰਦਾ ਤਾਂ ਦੇਸ਼ ਦੇ ਜਨਰਲੀ ਪ੍ਰਧਾਨ ਮੰਤਰੀ ਉੱਥੇ ਜ਼ਰੂਰ ਆਉਂਦੇ ਆ। ਤਾਂ ਉਸ ਤੋਂ ਬਾਅਦ ਭਾਈ ਜੈਤਾ ਦੀ ਇੰਪੋਰਟੈਂਟ ਇੱਕ ਹੈਗਾ, ਜੈਤਾ ਜੀ ਨੇ ਕੀ ਕੀਤਾ, ਭਾਈ ਜੈਤਾ ਜੀ ਨੇ ਉਹ ਜਿਹੜਾ ਕੱਟਿਆ ਹੋਇਆ ਸਿਰ ਸੀਗਾ ਉਹ ਭਾਈ ਜੈਤਾ ਜੀ ਨੇ ਉੱਥੋਂ ਚੱਕ ਲਿਆ ਅਤੇ ਲੁਕਦੇ ਲੁਕਾਉਂਦੇ ਕਿਸੇ ਤਰੀਕੇ ਦੇ ਨਾਲ ਬਹੁਤ ਸਾਰੀ ਜਗ੍ਹਾ 'ਚ ਰਸਤੇ 'ਚ ਵੀ ਰੁਕੇ ਅਤੇ ਉਹ ਅਨੰਦਪੁਰ ਸਾਹਿਬ ਆ ਗਏ, ਠੀਕ ਹੈ। ਅਨੰਦਪੁਰ ਸਾਹਿਬ ਆ ਗਏ ਅਤੇ ਆ ਕੇ ਇੱਥੇ ਉਹਨਾਂ ਦਾ ਅਨੰਦਪੁਰ ਸਾਹਿਬ ਉਹਨਾਂ ਦਾ ਜਿਹੜਾ ਸੀਸ ਸੀਗਾ, ਉਹਨਾਂ ਦਾ ਜਿਹੜਾ ਸਿਰ ਸੀਗਾ, ਉਹਦਾ ਅੰਤਿਮ ਸੰਸਕਾਰ ਕੀਤਾ ਗਿਆ। ਦੂਸਰਾ ਨਾਮ ਹੈਗਾ ਭਾਈ ਲੱਖੀ ਸ਼ਾਹ ਜੀ, ਲੱਖੀ ਸ਼ਾਹ, ਭਾਈ ਲੱਖੀ ਸ਼ਾਹ, ਭਾਈ ਲੱਖੀ ਸ਼ਾਹ ਇੰਪੋਰਟੈਂਟ ਨਾਮ ਆ। ਇਹਨਾਂ ਨੇ ਕੀ ਕੀਤਾ, ਉਹਨਾਂ ਦੀ ਜਿਹੜੀ ਬੋਡੀ ਸੀ ਗੁਰੂ ਤੇਗ ਬਹਾਦਰ ਜੀ ਦੀ, ਉਹ ਬੋਡੀ ਨੂੰ ਲੈ ਲਿਆ, ਆਪਣੇ ਗੱਡੇ ਕਾਟ ਦੇ ਵਿੱਚ ਰੱਖਿਆ ਔਰ ਆਪਣੇ ਘਰੇ ਲੈ ਗਏ। ਆਪਣੇ ਘਰ ਜਾ ਕੇ ਆਪਣੇ ਘਰ ਨੂੰ ਅੱਗ ਲਗਾ ਦਿੱਤੀ ਤਾਂ ਕਿ ਉਹਨਾਂ ਦੀ ਬੋਡੀ ਦਾ ਅੰਤਿਮ ਸੰਸਕਾਰ ਜਿਹੜਾ ਉਹ ਕੀਤਾ ਜਾ ਸਕੇ, ਠੀਕ ਹੈ। ਜਿੱਥੇ ਉਹਨਾਂ ਦੀ ਬੋਡੀ ਦਾ ਅੰਤਿਮ ਸੰਸਕਾਰ ਹੋਇਆ ਉੱਥੇ ਜਿਹੜਾ ਗੁਰਦੁਆਰਾ ਉਹਦਾ ਨਾਂ ਹੈਗਾ ਰਕਾਬਗੰਜ। ਉੱਥੇ ਗੁਰਦੁਆਰਾ ਹੈਗਾ ਉਹਦਾ ਨਾਂ ਹੈ ਰਕਾਬਗੰਜ, ਠੀਕ ਹੈ, ਜਿੱਥੇ ਉਹਨਾਂ ਦੀ ਬੋਡੀ ਦਾ ਅੰਤਿਮ ਸੰਸਕਾਰ ਹੋਇਆ। ਉਹਨਾਂ ਦੇ ਸਿਰ ਦਾ ਅੰਤਿਮ ਸੰਸਕਾਰ ਅਨੰਦਪੁਰ ਸਾਹਿਬ 'ਚ ਹੋਇਆ। ਉਹਨਾਂ ਦੀ ਬੋਡੀ ਦਾ ਅੰਤਿਮ ਸੰਸਕਾਰ ਦਿੱਲੀ ਦੇ ਵਿੱਚ ਹੋਇਆ, ਜਿੱਥੇ ਬਾਅਦ 'ਚ ਗੁਰਦੁਆਰਾ ਬਣਿਆ ਗੁਰਦੁਆਰਾ ਰਕਾਬਗੰਜ, ਠੀਕ ਹੈ। ਕਿਹਨੇ ਬੋਡੀ ਦਾ ਅੰਤਿਮ ਸੰਸਕਾਰ ਜਿਹੜਾ ਕੀਤਾ ਸੀ ਉਹ ਭਾਈ ਲੱਖੀ ਸ਼ਾਹ ਨੇ ਕੀਤਾ ਸੀਗਾ। ਔਰ ਜਿਹੜਾ ਸਿਰ ਲੈ ਕੇ ਆਇਆ ਸੀ ਉਹ ਭਾਈ ਜੈਤਾ ਲੈ ਕੇ ਆਇਆ ਸੀਗਾ। ਜਦੋਂ ਉਹ ਸਿਰ ਲੈ ਕੇ ਆਇਆ, ਉਹ ਗੁਰੂ ਸਾਹਿਬ ਦਾ ਸਿਰ ਅੰਮ੍ਰਿਤਸਰ ਨੂੰ ਅਨੰਦਪੁਰ ਸਾਹਿਬ ਲੈ ਕੇ ਆਏ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਆਪਣਾ ਬੇਟਾ ਕਿਹਾ, ਜੈਤਾ ਗੁਰੂ ਕਾ ਬੇਟਾ, ਰੰਗਰੇਟਾ ਗੁਰੂ ਕਾ ਬੇਟਾ, ਠੀਕ ਹੈ। ਇਸ ਤਰੀਕੇ ਦੇ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼ਾਇਦ ਨਹੀਂ ਪੱਕਾ ਦੁਨੀਆ ਦੇ ਇੱਕੋ ਇੱਕ ਐਸੇ ਇਨਸਾਨ ਸੀਗੇ ਜਿਨ੍ਹਾਂ ਦਾ 2 ਜਗ੍ਹਾ 'ਤੇ ਅੰਤਿਮ ਸੰਸਕਾਰ ਹੋਇਆ, ਇੱਕ ਦਿੱਲੀ ਦੇ ਵਿੱਚ ਉਹਨਾਂ ਦੀ ਬੋਡੀ ਦਾ, ਅਨੰਦਪੁਰ ਸਾਹਿਬ ਉਹਨਾਂ ਦੇ ਹੈੱਡ ਦਾ, ਠੀਕ ਹੈ। ਅਗਲੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਹ ਆਪਾਂ ਅਗਲੇ ਲੈਕਚਰ 'ਚ ਕਰਾਂਗੇ, ਠੀਕ ਹੈ ਜੀ। ਧੰਨਵਾਦ, ਥੈਂਕ ਯੂ।